ਤੇ ਖਾਸ ਪ੍ਰੋਗਰਾਮ ਜਿਸ ਦੇ ਵਿੱਚ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਕੁਝ ਇਹੋ ਜਿਹੀਆਂ ਨਾਮਵਰ ਸੰਸਥਾ ਦੇ ਨੁਮਾਇੰਦਿਆਂ ਦੇ ਨਾਲ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਆਪਣੇ ਕਾਰਜਾਂ ਕਰਕੇ ਨਮਾਣਾ ਕੱਟਿਆ ਹੈ। ਤੇ ਮੇਰੀ ਮੁਰਾਦ ਹੈ ਖਾਲਸਾ ਏਡ ਦੇ ਕੋਲੋਂ ਜਿਹਨੂੰ 1999 ਦੇ ਵਿੱਚ ਸਥਾਪਿਤ ਕੀਤਾ ਗਿਆ ਸੀ ਤੇ ਇਸ ਵੇਲੇ ਦੁਨੀਆ ਦੀ ਕੋਈ ਵੀ ਇਹੋ ਜਿਹੀ ਨੁੱਕਰ ਨਹੀਂ ਹੈ ਜਿੱਥੇ ਉਹਨਾਂ ਨੇ ਆਪਣੇ ਕੰਮਾਂ ਦੇ ਨਾ ਕਰਕੇ ਜਿਹੜੀ ਪ੍ਰਸ਼ੰਸਾ ਨਾ ਖੱਟੀ ਹੋਵੇ। मैं सब तो पहला स्वागत करदा सरदार रविंदर सिंह जी ਜਿਹੜੇ CEO ਨੇ ਇਸ ਸੰਸਥਾ ਦੇ, ਉਹਨਾਂ ਦੇ ਨਾਲ ਸਟੂਡੀਓ ਦੇ ਵਿੱਚ ਮੇਰੇ ਅਮਰ ਸਿੰਘ ਜੀ ਬੈਠੇ ਹੋਏ ਨੇ ਤੇ ਨਾਲ ਹੀ ਉਹਨਾਂ ਦੇ ਨਾਲ ਨੇ ਮਨਸਿਮਰਨ ਸਿੰਘ ਜੀ। ਬਹੁਤ ਬਹੁਤ ਧੰਨਵਾਦ ਜੀ ਇੱਥੇ ਆਉਣ ਲਈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਵਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਤੁਹਾਡੇ ਨਾਲ ਕਰਨਾ ਚਾਹਾਂਗਾ, ਖਾਲਸਾ ਏਡ ਦਾ ਮਕਸਦ ਕੀ ਹੈ? ਖਾਲਸਾ ਏਡ ਦਾ ਮਕਸਦ ਇਹ ਹੀ ਆ, ਜਿੱਥੇ ਵੀ ਲੋੜ ਆ ਦੁਨੀਆ ਵਿੱਚ ਉੱਥੇ ਡਟ ਕੇ ਖਾਲਸਾ ਖੜਾ ਹੋਊਗਾ। ਜਿੱਥੇ ਵੀ ਗੁਰਦੁਆਰੇ ਸਾਹਿਬ ਨਿਸ਼ਾਨ ਸਾਹਿਬ ਚੜ੍ਹੇ ਹੋ ਆ, ਇਹ 4 ਦਰਵਾਜ਼ੇ ਆ ਕਿ ਸਾਰੇ ਪਾਸੇ ਦੁਨੀਆ ਤੋਂ ਆ ਕੇ ਜਿਹੜਾ ਮਰਜ਼ੀ ਧਰਮ ਆ ਕੇ ਲੰਗਰ ਛਕ ਸਕਦਾ, ਉੱਥੇ ਆ ਕੇ ਪ੍ਰੋਟੈਕਸ਼ਨ ਮਿਲ ਸਕਦੀ ਆ, ਸ਼ੈਲਟਰ ਮਿਲ ਸਕਦਾ। ਅਸੀਂ ਉਹ 4 ਦਰਵਾਜ਼ੇ ਤੋਂ ਨਿਕਲ ਕੇ ਬਾਹਰ ਦੁਨੀਆ ਨੂੰ ਗਏ, ਜਿੱਥੇ ਦੁਨੀਆ ਆਉਂਦੀ ਆ ਅਸੀਂ ਉੱਥੇ ਦੁਨੀਆ 'ਚ ਪਹੁੰਚਦੇ ਜਾ ਕੇ 4 ਦਰਵਾਜ਼ੇ ਦੇ 4 ਜਿਹਦਾ ਵੀ ਕੋਨੇ ਹੈਗੇ ਆ ਦੁਨੀਆ ਵਿੱਚ ਜੀ, ਵੀ ਜਿੱਥੇ ਵੀ ਲੋੜ ਆ ਰਿਫਿਊਜੀਆਂ ਕੈਂਪਾਂ ਵਿੱਚ ਦੁਨੀਆ ਵਿੱਚ, ਜਿੱਥੇ ਇਰਾਕ ਹੋਵੇ, ਪੰਜਾਬ ਹੋਵੇ, ਜਿੱਥੇ ਮਰਜ਼ੀ ਉੱਥੇ ਜਾ ਕੇ ਸੇਵਾ ਕਰੀਏ। ਅਤੇ ਇਹ ਨਹੀਂ ਵੀ ਦੇਖਣਾ ਵੀ ਕੋਈ ਕਿਹੜਾ ਧਰਮ ਆ, ਕਿਹੜਾ ਰੰਗ ਆ, ਕਿਹੜੀ ਜਾਤ ਆ, ਬਸ ਅਸੀਂ ਇਨਸਾਨ ਦੇਖਦੇ ਹਾਂ। ਵੀ ਖਾਲਸਾ ਉਦੋਂ ਸ਼ੁਰੂ ਹੋਈ ਸੀ, ਉਹ 300 ਸਾਲ ਮਨਾਉਂਦੇ ਸੀ ਅਸੀਂ ਖਾਲਸੇ ਦਾ 99 ਦੇ ਵਿੱਚ। ਓਕੇ ਜੀ। ਅਤੇ ਇਹ ਉਸ ਵੇਲੇ ਲੜਾਈ ਲੱਗੀ ਸੀ ਕੋਸੋਵੋ ਵਿੱਚ, ਉਹ ਸੀਗੇ ਜਿੱਥੇ ਲੜਾਈ ਲੱਗੀ ਸੀ ਮੁਸਲਮਾਨ ਏਰੀਆ ਸੀਗਾ। ਭਾਈ ਜਿਹੜੀ ਸੰਗਤ ਨੇ ਡੋਨੇਸ਼ਨ ਦੇਣ ਲੱਗ ਪਏ, ਉਹਨੇ ਕਿਹਾ ਨਹੀਂ ਵੀ ਤੁਸੀਂ ਜਾ ਨਹੀਂ ਸਕਦੇ, ਹੋਰ ਧਰਮ ਆ, ਉਹਨੇ ਦੁੱਗਣੇ ਪੈਸੇ ਦਿੱਤੇ ਵੀ ਜਾ ਕੇ ਕਰੋ, ਬਹੁਤ ਲੋੜ ਆ ਉੱਥੇ ਖਾਣ ਪੀਣ ਦੀ। ਸੋ ਇਹ ਖਾਲਸੇ ਦਾ ਮਤਲਬ ਹੈ ਵੀ ਜਿੱਥੇ ਵੀ ਲੋੜ ਆ ਉਹ ਜਾ ਕੇ ਖਾਲਸਾ ਏਡ ਜਾ ਕੇ ਸੇਵਾ ਕਰਦੇ ਦੁਨੀਆ 'ਚ। ਜਿਸ ਤਰ੍ਹਾਂ ਹੁਣ ਕਸ਼ਮੀਰ ਦੇ ਵਿੱਚ ਕਾਫੀ ਭਿਆਨਕ ਜਿਹੜਾ ਉੱਥੇ ਹੜ੍ਹ ਵੀ ਆਏ ਸਨ, ਬਹੁਤ ਸਾਰੀਆਂ ਜਾਨੀ ਮਾਲੀ ਨੁਕਸਾਨ ਵੀ ਹੋਇਆ, ਪਰ ਉੱਥੇ ਜਿਹੜਾ ਖਾਲਸਾ ਏਡ ਨੇ ਆਪਣੀ ਇੱਕ ਮੋਹਰ ਲਾ ਕੇ ਦੱਸੀ ਕਿ ਅਸੀਂ ਕਿਸ ਤਰ੍ਹਾਂ ਆ ਕੇ ਜਿਹੜਾ ਬਿਨਾਂ ਕਿਸੇ ਧਰਮ ਦੇ ਭੇਦਭਾਵ ਤੋਂ ਕਿਸੇ ਵੀ ਤਰੀਕੇ ਦਾ ਜਿਹੜਾ ਅਸੀਂ ਸੇਵਾ ਕਰਾਂਗੇ। ਅਤੇ ਮੇਰਾ ਅਮਰ ਸਿੰਘ ਜੀ ਤੁਹਾਡੇ ਤੋਂ ਸਵਾਲ ਹੈ ਕਿ ਆਪਾਂ ਇੱਥੇ ਵਿਦੇਸ਼ਾਂ 'ਚ ਵਸ ਕੇ ਵੀ ਆਪਣੀ ਉਹ ਮਿੱਟੀ ਦੇ ਨਾਲ ਜਿਹੜਾ ਤੁਹਾਡਾ ਮੋਹ ਹੈ, ਜਿੱਥੇ ਵੀ ਕਿਤੇ ਵੀ ਜਾ ਕੇ ਬੇਗਾਨੀ ਧਰਤੀ ਨੂੰ ਵੀ ਜਿਹੜਾ ਸਲਾਮ ਕਰਦੇ ਆ, ਉੱਥੋਂ ਦੇ ਬਸ਼ਿੰਦਿਆਂ ਨੂੰ ਤੁਸੀਂ ਸਲਾਮ ਕਰਦੇ ਹੋ, ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦੀ ਤੁਸੀਂ ਕੋਸ਼ਿਸ਼ ਕਰਦੇ ਹੋ, ਕੀ ਮਨ 'ਚ ਉਸ ਵੇਲੇ ਲੈ ਕੇ ਜਾਂਦੇ ਹੋ? ਦੇਖੋ ਜੀ, ਜਿਹੜਾ ਸਿੱਖ ਇਤਿਹਾਸ ਆ ਉਹਦੇ ਵਿੱਚ ਭਾਈ ਕਨ੍ਹਈਆ ਜੀ ਨੇ 300 ਸਾਲ ਪਹਿਲਾਂ ਉਹਨਾਂ ਦੀ ਸ਼ਿਕਾਇਤ ਹੋਈ ਸੀ ਸਿੰਘਾਂ ਵੱਲੋਂ ਕਿ ਇਹ ਦੁਸ਼ਮਣ ਨੂੰ ਦਵਾਈ ਦਿੰਦੇ ਆ, ਦੁਸ਼ਮਣ ਨੂੰ ਪਾਣੀ ਪਿਲਾਉਂਦੇ ਆ, ਅਤੇ ਗੁਰੂ ਸਾਹਿਬ ਦੇ ਸਾਹਮਣੇ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਇਹਨਾਂ ਦੇ ਵਿੱਚ ਅਕਾਲ ਪੁਰਖ ਦਿਸਦਾ। ਅਤੇ ਉਹੋ ਹੀ ਜਿਹੜਾ ਮੈਸੇਜ ਆ, ਉਹੋ ਹੀ ਜਿਹੜੀ ਫੋਕਸ ਆ, ਉਹੋ ਹੀ ਖਾਲਸਾ ਏਡ ਗਾਂਹ ਵਧਾਉਂਦਾ ਕਿ ਸਾਰਿਆਂ ਦੀ ਮਦਦ ਕਰਨੀ ਆ। ਹੁਣ ਜਿਹੜਾ ਪੰਜਾਬ 'ਚ ਜਿਹੜੀ ਇੰਡੀਆ 'ਚ ਆ, ਉਹਦੀ ਆਬਵੀਅਸਲੀ ਸਾਡੀ ਕਨੈਕਸ਼ਨ ਹੈਗੀ ਆ, ਅਤੇ ਉੱਥੇ ਵੀ ਜਾਣਾ, ਅਤੇ ਹੋਰ ਜਿਹੜੇ ਵੀ ਥਾਂ ਹੈਗੇ ਆ ਜਿਹੜੇ ਦੁਨੀਆ ਦੇ ਵਿੱਚ ਜਿੱਥੇ ਵੀ ਲੋੜ ਆ ਉੱਥੇ ਵੀ ਜਾਣਾ, ਉੱਥੇ ਵੀ ਪਹੁੰਚਣਾ। ਪਰ ਖਾਸ ਕਰਕੇ ਇੰਡੀਆ ਦੇ ਵਿੱਚ ਵਿਜ਼ੀਬਿਲਿਟੀ ਹੋਣੀ ਚਾਹੀਦੀ ਹੈ ਵੀ ਖਾਲਸਾ ਉੱਥੇ ਹਰਦਮ ਤਿਆਰ ਆ ਹੈਲਪ ਕਰਨ ਦਾ, ਅਤੇ ਤਾਂ ਹੀ ਉੱਥੇ ਜ਼ਿਆਦਾ ਪਹਿਲਾਂ ਫੋਕਸ ਹੁੰਦਾ। ਬਿਲਕੁਲ। ਮੇਰੇ ਨਾਲ ਸਭ ਤੋਂ ਤੁਸੀਂ ਨੌਜਵਾਨ ਇਸ ਗਰੁੱਪ ਦੇ ਵਿੱਚ ਮੈਨੂੰ ਮਿਲੇ, ਮਨਸਿਮਰਨ ਜੀ, ਇਹ ਸਿੱਧਾ ਸਵਾਲ ਤੁਹਾਡੇ ਕੋਲ ਹੈ। ਤੁਸੀਂ ਨੌਜਵਾਨ ਹੋ, ਪੰਜਾਬ ਦੇ ਵਿੱਚ ਨੌਜਵਾਨੀ ਦਾ ਇਸ ਵੇਲੇ ਸਭ ਤੋਂ ਵੱਡਾ ਦਰਦ ਹੈ ਕਿ ਉਹ ਨਸ਼ੇ ਦੇ ਵਿੱਚ ਗਿਰ ਚੁੱਕੀ ਹੈ, ਬਿਲਕੁਲ ਹੀ ਅਗਰ ਕਿਹਾ ਜਾਵੇ ਤਾਂ। ਤੁਹਾਨੂੰ ਆਪਣੇ ਮਨ 'ਚ ਕੀ ਲੈ ਕੇ ਉਸ ਵੇਲੇ ਜਾਂਦੇ ਹੋ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਬਚਾ ਲਈਏ, ਜਿਹਨੇ ਆਪਣਾ ਅੱਗੇ ਪੰਜਾਬੀਅਤ ਨੂੰ ਅੱਗੇ ਲੈ ਕੇ ਜਾਣਾ, ਪੰਜਾਬੀ ਬੋਲੀ ਨੂੰ ਅੱਗੇ ਲੈ ਕੇ ਜਾਣਾ, ਉਹਦੇ ਬਾਰੇ ਕੀ ਸੋਚਦੇ ਹੋ ਤੁਸੀਂ? ਨਸਲਾਂ ਹਰ ਕੌਮ ਦਾ ਜੋ ਫਿਊਚਰ ਹੁੰਦੀਆਂ ਨੇ ਜੀ, ਅਗਰ ਅਸੀਂ ਉਹ ਨਸਲਾਂ ਨੂੰ ਬਚਾ ਸਕਦੇ ਹਾਂ ਤੇ ਸਾਡਾ ਸੁਭਾਗ ਹੈ। ਖਾਲਸਾ ਏਡ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਜੋ ਕੰਮ ਕਰ ਰਹੇ ਨੇ, ਉਹ ਇੱਕ ਇਹੋ ਜਿਹਾ ਸ਼ਲਾਘਾਯੋਗ ਕੰਮ ਹੈ ਕਿ ਉਹ ਕੰਮ ਉੱਥੇ ਚਾਹੀਦਾ ਹੈ। ਜੋ ਪੰਜਾਬ ਦੀ ਨੌਜਵਾਨੀ ਆ ਉਹ ਇਸ ਟਾਈਮ 'ਤੇ ਨਸ਼ਿਆਂ ਦੇ ਵਿੱਚ ਗਰਕ ਹੈ। ਅਸੀਂ ਜਦੋਂ ਉੱਥੇ ਜਾਂਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਇੱਕ ਸਾਡਾ ਫਿਊਚਰ ਦਿਮਾਗ ਦੇ ਵਿੱਚ ਪੈਦਾ ਹੋ ਜਾਂਦਾ ਕਿ ਇਸ ਦੇਸ਼ ਨੂੰ ਅਸੀਂ, ਇਸ ਜਗ੍ਹਾ ਨੂੰ ਅਸੀਂ ਨਸ਼ਾ ਮੁਕਤ ਕਰਨਾ। ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਆਪਣੇ ਮਨ ਦੇ ਵਿੱਚ ਜਿੱਥੇ ਹਰ ਵਰਗ ਦੀ ਸੇਵਾ ਵੀ ਕਰਦੇ ਹੋ, ਉੱਥੇ ਨਸ਼ੇ ਤੋਂ ਵੀ ਉਹਨਾਂ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋ। ਰਵਿੰਦਰ ਸਿੰਘ ਜੀ, ਤੁਹਾਨੂੰ ਤਕਰੀਬਨ 15 ਸਾਲ ਹੋ ਗਏ ਨੇ ਇਸ ਗਰੁੱਪ ਦੀ ਸਥਾਪਨਾ ਕੀਤੇ ਹੋਇਆਂ, ਅਤੇ ਐਜੂਕੇਸ਼ਨ ਜਿਹੜੀ ਹੈ ਇਸ ਵੇਲੇ, ਕਿਉਂਕਿ ਬਹੁਤ ਸਾਰੀਆਂ ਆਪਣੀਆਂ ਸੰਸਥਾਵਾਂ ਨੇ, ਧਾਰਮਿਕ ਵੀ ਨੇ ਜਾਂ ਨੋਨ NGOs ਵੀ ਨੇ ਜਿਹੜੀਆਂ ਐਜੂਕੇਸ਼ਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਨੇ, ਖਾਲਸਾ ਏਡ ਵੀ ਕੋਈ ਇਸ ਤਰ੍ਹਾਂ ਦਾ ਉਪਰਾਲਾ ਕਰ ਰਹੀ ਹੈ? ਹਾਂਜੀ, ਉੱਥੇ ਜਿਹੜੇ ਬੱਚਿਆਂ ਦੀ ਸਪੋਂਸਰ ਸਕੀਮ ਚੱਲਦੀ ਹੈ ਪੰਜਾਬ ਦੇ ਵਿੱਚ। ਜਿਹੜਾ ਮਰਜ਼ੀ ਕੋਈ ਇੱਥੋਂ ਦੁਨੀਆ 'ਚ ਜਾ ਕੇ 10 ਪਾਉਂਡ ਮਹੀਨੇ ਦਾ ਸੈਟਅਪ ਕਰ ਸਕਦਾ, ਸਪੋਰਟ ਬੱਚੇ ਲਈ, ਜਿਹੜਾ ਬਹੁਤ ਗਰੀਬ ਬੱਚਾ ਆ ਉਹਨੂੰ ਪੜ੍ਹਾਈ ਲਿਖਾਈ ਲਈ। ਅਤੇ ਦੂਜੇ ਪਾਸੇ ਹੁਣ ਅਸੀਂ ਅਗਲੇ ਮਹੀਨੇ ਨਵੰਬਰ 2014 ਨੂੰ ਇੱਕ ਸਕੂਲ ਆ ਪਟਿਆਲੇ ਕੋਲ, ਉੱਥੇ ਸਾਰੇ ਧਾਰਮਿਕ ਬੱਚੇ ਜਾਂਦੇ, ਹਰ ਧਰਮ ਦੇ
ਮੁਸਲਮਾਨ ਆ, ਹਿੰਦੂ ਆ, ਸਿੱਖ ਆ, ਉਹਦੇ ਵਿੱਚ ਫਾਈਨੈਂਸ਼ੀਅਲ ਪ੍ਰੋਬਲਮ ਆ ਗਈ ਸਕੂਲ ਦੇ ਵਿੱਚ ਜੀ। ਫਿਰ 2-3 ਮਹੀਨੇ ਸਾਨੂੰ ਸੱਦਿਆ ਸੀ, ਰਿਪੋਰਟ ਬਣਾਈ ਆ, ਸਾਰਾ ਕਰ ਰਹੇ ਕੰਮ ਅਸੀਂ। ਉਹ ਮੇਰੇ ਖਿਆਲ ਸਕੂਲ ਟੇਕ ਓਵਰ ਕਰ ਲੈਣਾ ਭਈ ਅਸੀਂ ਭਈ ਇਨਸਾਨੀਅਤ ਤੌਰ 'ਤੇ ਦੇਖਦੇ ਵੀ ਕਿੱਦਾਂ ਉਹਨਾਂ ਦੀ ਲਾਈਫ ਇੰਪਰੂਵ ਕਰ ਸਕਦੇ ਬੱਚਿਆਂ ਦੀ। ਉਹ ਕਾਫੀ ਬੈਕਵਰਡ ਏਰੀਆ ਤੋਂ ਆਉਂਦੇ ਆ ਬੱਚੇ ਉੱਥੇ। ਸੋ ਜਿਹੜੀ ਐਜੂਕੇਸ਼ਨ ਸਾਰੀ ਕੀ ਆ ਇਸ ਵੇਲੇ, ਹੁਣ ਜਿਹੜੇ ਬੱਚੇ ਕਈ ਵਾਰ ਪੜ੍ਹਦੇ ਆ ਉਹ ਪੰਜਾਬ 'ਚ ਓਪਰਚੁਨਿਟੀ ਘੱਟ ਹੁੰਦੀ ਆ, ਜਿਹੜੇ ਬਾਹਰ ਨਹੀਂ ਆ ਸਕਦੇ ਉਹ ਫਿਰ ਫੀਮਸ ਫਸ ਜਾਂਦੇ ਆ ਜੀ। ਹੁਣ ਜਿਹੜੀ ਨਵੀਂ ਪੀੜ੍ਹੀ ਆ ਉਹ ਦੇਖਦੀ ਵੱਡੇ ਭੈਣ ਭਰਾ ਫੀਮਸ ਫਸੇ ਹੋ ਆ, ਤੇ ਜਿਹੜੇ ਸਾਰੇ ਪੈਸੇ ਪਰਿਵਾਰ ਦੇ ਉਹ ਫੀਮ 'ਚ ਲੱਗ ਜਾਂਦੇ ਆ, ਲੜਾਈਆਂ ਲੱਗੀਆਂ ਰਹਿੰਦੀਆਂ ਪਰਿਵਾਰਾਂ ਵਿੱਚ। ਸੋ ਉਹ ਜਿਹੜਾ ਸਾਡਾ ਜਿਹੜਾ ਮਕਸਦ ਆ ਵੀ ਜਿਹੜੀ ਵੀ ਛੋਟੀ ਪੀੜ੍ਹੀ ਆ, ਨਵੀਂ ਪੀੜ੍ਹੀ ਆ, ਉਹਨੂੰ ਅਸੀਂ ਹੁਣ ਪਾਈਏ ਇਸ ਰਸਤੇ। ਉੱਥੇ ਅੰਮ੍ਰਿਤਸਰ ਦੇ ਵਿੱਚ ਸ਼ਹਿਰ ਆ, ਇੱਕ ਪਿੰਡ ਆ ਮੀਰਪੁਰ, ਉੱਥੇ ਇੱਕ ਅਸੀਂ ਇੱਕ ਖੋਲ੍ਹਿਆ ਸੀਗਾ ਐਜੂਕੇਸ਼ਨ ਅਤੇ ਗੁਰਮਤਿ ਪ੍ਰਚਾਰ ਸੈਂਟਰ। ਉਹ 'ਚ 150 ਬੱਚਾ ਰੋਜ਼ ਆਉਂਦਾ, ਉਹਨੂੰ ਹਰ ਤਰ੍ਹਾਂ ਦੀ ਟਿਊਸ਼ਨ ਮਿਲਦੀ, ਮੈਥਸ ਦੀ, ਇੰਗਲਿਸ਼ ਦੀ, ਸਾਇੰਸ ਦੀ, ਗੁਰਬਾਣੀ ਤੌਰ 'ਤੇ ਬੇਸ 'ਤੇ ਹੈਗਾ ਆ, ਅਤੇ ਨਾਲ ਗੱਤਕਾ ਆ, ਤਬਲਾ ਆ, ਸਪੋਰਟਸਮੈਨਸ਼ਿਪ, ਸਾਰਾ ਕੁਛ ਸਿਖਾਈ ਜਾਂਦਾ। ਫਿਰ ਉਹ ਬੱਚੇ ਨਾਲੇ ਇਨਵੋਲਵ ਰਹਿੰਦੇ, ਬੋਰ ਨਹੀਂ ਹੁੰਦੇ। ਮਤਲਬ ਐਜੂਕੇਸ਼ਨ ਦੇ ਨਾਲ ਧਰਮ ਪ੍ਰਚਾਰ ਦੀ ਵੀ ਜਿਹੜੀ ਪੂਰਾ ਜ਼ੋਰ ਲਗਾਇਆ ਜਾ ਰਿਹਾ। ਧਰਮ ਪ੍ਰਚਾਰ ਚੱਲਦਾ ਨਾਲ, ਪਰ ਉੱਥੇ ਕਈ 4-5 ਬੱਚੇ ਹਿੰਦੂ ਪਰਿਵਾਰ ਵੀ ਹੈਗੇ ਆ ਜਿਹੜੇ ਆਉਂਦੇ। ਪਰ ਸਾਡਾ ਬੇਸ ਜਿਹੜਾ ਆ ਉਹ ਗੁਰਬਾਣੀ ਤੌਰ 'ਤੇ, ਪਰ ਜਿਹੜਾ ਭਈ ਬਾਕੀ ਜਿਹੜਾ ਐਕਸਟਰਾ ਜਿਹੜੇ ਸਬਜੈਕਟ ਆ ਉਹਨੂੰ ਬਹੁਤ ਲੋੜ ਆ ਭਈ ਟਿਊਸ਼ਨ ਦੇ ਪੈਸੇ ਲੱਗਦੇ ਆ, ਉਹ ਅਸੀਂ ਫ੍ਰੀ ਦਿੰਦੇ ਆ। ਸੋ ਉਹ ਪਹਿਲਾਂ ਬੱਚੇ 2-3 ਬੱਚੇ ਸ਼ੁਰੂ ਹੋ ਗਿਆ ਸੀਗਾ, ਦੇਖੋ 1.5 ਸਾਲ ਦੀ ਗੱਲ ਆ, ਹੁਣ 150 ਬੱਚਾ ਰੋਜ਼ ਆਉਂਦਾ। ਸੋ ਇਹਦੇ ਵਿੱਚ ਉਹਨੂੰ ਹੌਸਲਾ ਹੁੰਦਾ ਮਾਪਿਆਂ ਨੂੰ ਕਿ ਸਾਡੇ ਬੱਚੇ ਨਾਲ ਇੱਧਰ ਧਰਮ ਵਾਲੇ ਆ ਜਾਂਦੇ ਆ, ਇੱਧਰ ਨਾਲੇ ਗੁਰਬਾਣੀ ਸਿੱਖਦੇ, ਨਾਲੇ ਤਬਲਾ, ਸਪੋਰਟਸਮੈਨਸ਼ਿਪ, ਐਕੈਡੈਮਿਕ, ਅਤੇ ਨਾਲੇ ਉਹ ਫੀਮ ਤੋਂ ਦੂਰ ਰਹਿੰਦੇ ਜਿੱਦਾਂ ਕੰਮਾਂ ਦੇ ਵਿੱਚ ਜਿੱਦਾਂ ਜੇ ਨਾ ਪੈਣ। ਉਹ ਸਾਰੇ ਪਰਿਵਾਰਾਂ ਨੂੰ ਪੁੱਛੋ ਜਾ ਕੇ ਤੁਸੀਂ ਪੰਜਾਬ 'ਚ ਤੁਹਾਨੂੰ ਕੀ ਡਰ ਆ, ਉਹ ਕਹਿੰਦੇ ਸਾਨੂੰ ਫੀਮ ਦਾ, ਬੱਚੇ ਫੀਮ 'ਚ ਨਾ ਪੈ ਜਾਣ। ਨੈਚੁਰਲੀ, ਕਿਉਂਕਿ ਨਿੱਕੀ ਉਮਰੇ ਹੀ ਅਗਰ ਕੋਈ ਬੱਚਾ ਵਿਗੜ ਗਿਆ ਤਾਂ ਉਹਨੂੰ ਬਾਅਦ 'ਚ ਸੁਧਾਰਨਾ ਜਿਹੜਾ ਬੜਾ ਮੁਸ਼ਕਿਲ ਹੈ। ਤੁਸੀਂ ਆਪਾਂ ਸ਼ੋਅ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਇੰਟਰਨੈਸ਼ਨਲ ਲੈਵਲ 'ਤੇ ਵੀ ਵੱਖ-ਵੱਖ ਕੰਟਰੀਆਂ ਨੂੰ ਜਿਹੜਾ ਤੁਸੀਂ ਉੱਥੇ ਵੀ ਰਿਪਰੈਜ਼ੈਂਟ ਕਰ ਰਹੇ ਹੋ, ਉੱਥੇ ਵੀ ਆਪਣਾ ਖਾਲਸਾ ਏਡ ਨੇ ਆਪਣਾ ਜਿਹੜਾ ਝੰਡਾ ਗੱਡਿਆ ਹੈ ਤੇ ਪੂਰੀ ਮਾਨਵਤਾ ਦੀ ਸੇਵਾ ਦੇ ਲਈ ਕੰਮ ਕਰ ਰਹੇ ਨੇ। ਤੇ ਉਹ ਕਿਹੜੀ ਕੰਟਰੀ ਤੇ ਕੀ ਪ੍ਰੋਜੈਕਟ ਚੱਲ ਰਹੇ ਨੇ? ਹਾਂਜੀ, ਇਸ ਵੇਲੇ ਬਹੁਤ ਵੱਡਾ ਪ੍ਰੋਜੈਕਟ ਚੱਲ ਰਿਹਾ ਇਰਾਕ ਦੇ ਵਿੱਚ ਜੀ। ਉਹ ਤੁਹਾਨੂੰ ਪਤਾ, ਸਾਰੇ ਤੁਸੀਂ ਖਬਰਾਂ ਦੇਖਦੇ ਕਿੰਨਾ ਖਤਰਾ ਉੱਥੇ ਆ ਬਾਰਡਰ ਵਿੱਚ, ਸੀਰੀਆ ਵਿੱਚ। ਅਤੇ ਕਈ ਉੱਥੇ ਜਿਹੜੇ ਸਾਡੇ ਵਾਲੇ ਏਡ ਵਰਕਰ ਆ ਜਾਂ ਜਰਨਲਿਸਟ ਆ, ਉਹ ਜਿਹੜੇ ਆਈਸਿਸ ਦੇ ਸਿਰ ਵੱਢ ਦਿੱਤੇ ਆ, ਮਰਡਰ ਕਰੀ ਜਾਂਦੇ ਆ ਜੀ। ਸੋ ਅਸੀਂ ਉੱਥੇ 10 ਕਿਲੋਮੀਟਰ ਸੀਰੀਆ ਦੇ ਬਾਰਡਰ ਤੋਂ ਇੱਕ ਰਿਫਿਊਜੀ ਕੈਂਪ 'ਚ 16,000 ਰਿਫਿਊਜੀ ਆ, ਔਰ ਬੱਚੇ ਆ, ਬੀਬੀਆਂ ਆ, ਬਜ਼ੁਰਗ ਆ। ਉਹ ਹੁਣ ਸਿਆਲ ਆਉਣ ਲੱਗਾ, ਜਦੋਂ ਮੈਂ ਗੱਲ ਕੀਤੀ ਤੁਹਾਨੂੰ ਕੀ ਚਾਹੀਦਾ ਪਿਛਲੇ ਮਹੀਨੇ, ਕਿ ਸਾਨੂੰ ਬ੍ਰੈਡ ਚਾਹੀਦੀ ਫਰੈਸ਼ ਰੋਜ਼, ਅਤੇ ਅਸੀਂ ਫਿਰ $40,000 ਦੀ ਮਸ਼ੀਨ ਲਿਆਂਦੀ ਬਾਹਰੋਂ ਜੀ, ਅਤੇ ਲੋਕਲ ਸੰਸਥਾ ਨੇ ਉੱਥੇ ਬਿਲਡਿੰਗ ਬਣਾ ਦਿੱਤੀ, ਅਤੇ ਅਸੀਂ ਜਿਹੜੀ ਮਸ਼ੀਨਰੀ ਸਾਰੀ ਲਾਤੀ ਉੱਥੇ ਹੁਣ ਰੋਜ਼ 16,000 ਬੰਦਿਆਂ ਨੂੰ, ਰਿਫਿਊਜੀਆਂ ਨੂੰ ਰੋਜ਼ ਬ੍ਰੈਡ ਮਿਲਦੀ ਆ। ਉਹਦੇ ਅਸੀਂ 3 ਬੰਦੇ ਰੱਖੇ ਉਹ ਤਨਖਾਹ 'ਤੇ। ਉਹ ਵੀ ਜਿੱਦਾਂ ਦੇਖੋ ਤੁਸੀਂ 500 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਗਏ ਇਰਾਕ ਦੇ ਵਿੱਚ ਜੀ, ਅਸੀਂ ਸਮਝਾਉਂਦੇ ਜਾ ਕੇ ਉਹਨਾਂ ਨੂੰ, ਉਹ ਜਿਹੜੇ ਲੋਕ ਆ ਯਜ਼ੀਦੀ ਅਤੇ ਅਸੀਰੀਅਨ ਆ, ਮੈਂ ਕਿਹਾ ਸਾਡੇ ਇੱਥੇ ਗੁਰੂ ਪਹਿਲਾਂ ਆਏ ਸੀਗੇ। ਉਹ ਪਹਿਲਾਂ ਦੇਖ ਕੇ ਹੈਰਾਨ ਹੋ ਜਾਂਦੇ ਵੀ ਦਾੜੀ ਪੱਗ ਵਾਲੇ ਕੌਣ ਆ ਗਏ, ਕਿਉਂਕਿ ਜਿਹੜੇ ਆਏ ਸੀ ਉਹਨਾਂ ਵੀ ਦਾੜੀ ਆ ਜੀ, ਪਰ ਉਹ ਬੜੇ ਫਿਰ ਖੁਸ਼ ਹੁੰਦੇ ਵੀ ਸਾਡੇ ਸਿੱਖ ਕੌਣ ਆ, ਸਾਡੀ ਮਦਦ ਕਰਨ। ਫਿਰ ਅਸੀਂ ਕਿ ਗੁਰੂ ਨਾਨਕ ਪਹਿਲਾਂ ਤੁਹਾਡੇ ਇੱਥੇ ਮਿਲ ਕੇ ਆਇਆ ਸੀਗਾ। ਕਹਿ ਸਕਦੇ ਕਿ ਆਪਾਂ ਪੂਰੀ ਦੁਨੀਆ ਦੇ ਵਿੱਚ ਜਿਹੜਾ ਸਿੱਖੀ ਪ੍ਰਚਾਰ ਵੀ ਜਾ ਰਿਹਾ, ਉਹਨਾਂ ਨੂੰ ਆਈਡੈਂਟੀ ਵੀ ਦੇ ਰਹੇ ਹਾਂ ਕਿ ਅਸੀਂ ਕਿਸ ਤਰ੍ਹਾਂ ਕੰਮ ਕਰ ਰਹੇ ਹਾਂ। ਪਰ ਅਸੀਂ ਜ਼ੋਰ ਨਹੀਂ ਪਾਉਂਦੇ ਪਈ ਤੁਹਾਨੂੰ ਸਿਖਾਈਏ, ਉਹ ਪੁੱਛਦੇ ਦੱਸਦੇ, ਪਰ ਉਹ ਬੜੇ ਖੁਸ਼ ਆ। ਹੁਣ ਬੇਕਰੀ ਦਾ ਪ੍ਰੋਮਿਸ ਕੀਤਾ ਸੀਗਾ, ਹੁਣ ਸੰਗਤ TV ਦੇਖਦੀ ਆ। ਹੁਣ ਤੁਸੀਂ ਦੇਖੋ ਜੇ ਤੁਹਾਨੂੰ ਰੋਟੀ ਨਾ ਮਿਲੇ ਜੀ, ਰਾਈਟ, ਉੱਥੇ ਜਿਹੜੀ ਬ੍ਰੈਡ ਉਹਨਾਂ ਦੀ ਉਹ ਬਹੁਤ ਇੰਪੋਰਟੈਂਟ ਡਾਇਟ ਦੇ ਵਿੱਚ ਆ। ਹੁਣ ਇਕੱਲੇ ਪਰਿਵਾਰ ਦੇ ਵਿੱਚ 15 ਮੈਂਬਰ ਆ ਉੱਥੇ। ਸੋ ਅਸੀਂ ਇਕੱਲੇ ਪਰਿਵਾਰ ਨੂੰ 25-30 ਰੋਲ ਦਿੰਦੇ ਬ੍ਰੈਡ ਦੇ ਰੋਜ਼ ਬਣਾ ਕੇ। ਉਹ ਹੁਣ ਕਹਿੰਦੇ ਦੂਜੀ ਨਾਲ ਇੱਕ ਹੋਰ ਕੈਂਪ ਹੈ, ਕਹਿੰਦੇ ਹੋਰ ਬਣਾਓ, ਇੱਕ ਸਾਨੂੰ ਹੋਰ ਬੇਕਰੀ ਦਿਓ। ਹੁਣ ਉਹ ਵੀ ਬੇਕਰੀ ਦੇਖਾਂਗੇ। ਮੇਰੇ ਖਿਆਲ 6 ਮਹੀਨੇ ਵਿੱਚ $60,000 ਦਾ ਖਰਚਾ ਹੋਣਾ। ਜੇ ਤੁਹਾਡੇ ਵਿੱਚ ਕੋਈ ਬਿਜ਼ਨਸ ਹੈਗੇ ਆ, ਕਾਫੀ ਬਹਾਦਰੀ ਤੌਰ 'ਤੇ, ਕੋਈ ਡੇਂਜਰ ਬਹੁਤ ਆ ਉੱਥੇ ਕਿਡਨੈਪਿੰਗ ਦਾ ਡੇਂਜਰ ਬਹੁਤ ਆ। 10 ਕਿਲੋਮੀਟਰ ਲੜਾਈ ਲੱਗੀ ਹੋ ਆ, ਉੱਥੇ ਤੁਹਾਨੂੰ ਕੋਈ ਵੀ ਕਿਡਨੈਪ ਕਰ ਸਕਦਾ, ਤੁਸੀਂ ਟਰਸਟ ਨਹੀਂ ਕਰ ਸਕਦੇ ਕਿਸੇ ਨੂੰ, ਸਪੈਸ਼ਲੀ ਇੱਦਾਂ ਆਈਡੈਂਟਿਟੀ, ਤੁਹਾਨੂੰ ਬਚ ਕੇ ਰਹਿਣਾ ਪੈਂਦਾ ਬਾਰਡਰ ਏਰੀਆ ਵਿੱਚ। ਉੱਥੇ ਕਈ ਤੁਹਾਨੂੰ ਪਤਾ ਮਾਰ ਵੀ ਦਿੱਤੇ ਆ। ਸੋ ਜੇ ਤੁਹਾਡੇ ਕੋਈ ਬਿਜ਼ਨਸ ਕਹਿੰਦਾ ਵੀ ਮੈਂ ਬੇਕਰੀ ਜਾ ਕੇ ਖੋਲੂੰਗਾ ਸਿੱਖੀ ਤੌਰ 'ਤੇ, ਲੈ ਜਾਵਾਂਗੇ ਨਾਲ ਉੱਥੇ ਇੱਕ ਦਿਨ ਦਿਖਾ ਲੈਣ ਲਈ, ਪਰ ਉਹ ਵੀ ਏਰੀਆ ਬਹੁਤ ਡੇਂਜਰਸ ਆ। ਪਰ ਸਾਡੇ ਖਾਲਸੇ ਦਾ ਮਤਲਬ ਵੀ ਇਹੀ ਆ। ਪਰ ਖਾਲਸਾ ਤੇ ਹਮੇਸ਼ਾ ਕਹਿੰਦੇ ਦਲੇਰੀ ਦੇ ਨਾਲ ਅੱਗੇ ਵਧਣ ਵਾਲਾ। 300 ਸਾਲ ਪਹਿਲਾਂ ਸਾਡੇ ਸਿਰ ਵੱਢੇ ਗਏ ਜੀ, 300 ਸਾਲ ਪਹਿਲਾਂ ਜਿਹੜੇ ਮੁਗਲਾਂ ਨੇ। ਹੁਣ ਇਹ ਜਿਹੜੇ ਆਈਸਿਸ ਆਏ ਉਹ ਮਾਡਰਨ ਦੇ ਮੁਗਲਸ ਆ। ਸੋ ਸਾਨੂੰ ਹਮਦਰਦੀ ਹੋਣਾ ਚਾਹੀਦਾ, ਜਿਹੜੇ ਵਿਚਾਰੇ ਆਪਣੇ ਪਰਿਵਾਰ ਛੱਡ ਕੇ ਜਿਹੜੇ ਜੀਂਦੇ ਦੱਬ ਦਿੱਤੇ ਆ, ਜਿਹੜੇ ਯਜ਼ੀਦੀ ਜਿਹੜੇ ਲੋਕ ਆ, ਜਿਹੜੇ ਆਈਸਿਸ ਨੇ ਇਹਦੀਆਂ ਔਰਤਾਂ ਫੜ ਕੇ ਵੇਚ ਦਿੱਤੀਆਂ। ਪਰ ਇਹਦੇ 'ਚ ਮੈਨੂੰ ਇਹ ਵੀ ਚੀਜ਼ ਲੱਗਦੀ ਕਿ ਜੇ ਉੱਥੇ ਪੂਰੀ ਤਰੀਕੇ ਨਾਲ ਕ੍ਰਾਈਮ ਹੋ ਰਿਹਾ, ਉੱਥੇ ਰੱਬ ਦੇ ਜਿਹੜਾ ਵਿਰੁੱਧ ਕੰਮ ਕੀਤਾ ਜਾ ਰਿਹਾ, ਕੁਦਰਤ ਦੇ ਖਿਲਾਫ ਚੱਲ ਰਿਹਾ, ਤੇ ਜੇ ਤੁਸੀਂ ਉੱਥੇ ਮਾਨਵਤਾ ਦਾ ਮੈਸੇਜ ਦੇ ਰਹੇ ਹੋ ਤਾਂ ਕੁਛ ਦਿਲ ਵੀ ਇਹੋ ਜਿਹੇ ਵੀ ਹੋਣਗੇ ਜਿਹੜੇ ਤੁਹਾਡੇ ਨਾਲ ਜੁੜ ਜਾਣਗੇ।
ਜਿਹੜੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ। ਉਹ ਲੋਕਲ ਜੁੜ ਗਏ ਆ, ਪਰ ਜਿਹੜੇ ਆਈਸਿਸ ਵਾਲੇ ਉਹ ਲਾਈਕ ਨਹੀਂ ਕਰਦੇ ਇੱਦਾਂ ਦੇ ਕੰਮ। ਉਹ ਫਿਰ ਕਹਿੰਦੇ ਪਈ ਇਹਨਾਂ ਨੂੰ ਡਰਾਵੋ, ਲੋਕਾਂ ਦੇ ਸਿਰ ਵੜ ਕੇ ਦਿਖਾ ਲਓ, ਇਹ ਮਦਦ ਨਾ ਕਰਨ ਇਹਨਾਂ ਦੀ, ਇਕੱਲੇ ਰਹਿਣ। ਮੈਂ ਕਹਿੰਦਾ ਨਹੀਂ, ਅਸੀਂ ਤੁਹਾਨੂੰ ਇਕੱਲੇ ਰਹਿਣ ਨਹੀਂ ਦੇਣਾ, ਅਸੀਂ ਤੁਹਾਡੇ ਨਾਲ ਤੁਸੀਂ ਫਿਕਰ ਦੀ ਲੋੜ ਨਹੀਂ ਗੀ, ਅਸੀਂ ਡਟ ਕੇ ਸੇਵਾ ਕਰਾਂਗੇ। ਖੁਸ਼ੀ ਦੀ ਗੱਲ ਹੈ ਕਿ ਖਾਲਸਾ ਜਿਹੜਾ ਅਜੇ ਵੀ ਆਪਣੇ ਉਸ ਹੌਸਲੇ ਨਾਲ ਬੁਲੰਦੀ ਨਾਲ ਸਾਡੀ ਵਰਦੀ ਇਹੀ ਆ, ਚਾਹੀਦਾ ਵੀ ਹੈ ਜੀ। ਅਮਰ ਜੀ, ਮੇਰਾ ਸਵਾਲ ਤੁਹਾਡੇ ਕੋਲ ਹੈ ਕਿ ਆਪਣੀਆਂ ਜਿਹੜੀਆਂ ਇੱਥੋਂ ਦੀਆਂ ਸੰਗਤਾਂ ਨੇ, ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਪ੍ਰੇਰਿਤ ਕਰਦੇ ਹਾਂ ਕਿ ਉਹ ਜਿਹੜਾ ਤੁਹਾਡੇ ਇਸ ਮਿਸ਼ਨ ਦੇ ਵਿੱਚ ਜਿਹੜਾ ਸਾਥ ਦੇਣ, ਜਾਂ ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਨਾਲ ਜੋੜਦੇ ਹਾਂ? ਜੀ ਭਾਜੀ ਹੁਣੀ ਇੱਥੇ 1 ਸਾਲ ਪਹਿਲਾਂ ਆਏ ਸੀਗੇ ਅਤੇ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਇੱਥੇ ਸੰਗਤ ਨੂੰ ਇਨਵੋਲਵਡ ਕਰਾਓ। ਅਤੇ ਸਾਨੂੰ ਡਿਫਿਕਲਟੀ ਇਹ ਆਈ ਹੈ ਵੀ ਇੰਗਲੈਂਡ ਦੇ ਵਿੱਚ ਥੋੜ੍ਹੀ ਜਿਹੀ ਸੰਗਤ ਕਲੈਕਟਿਵ ਹੋ ਜਾਂਦੀ ਆ, ਦੇਸ਼ ਛੋਟਾ ਹੋਣ ਕਰਕੇ। ਇੱਥੇ ਅਮਰੀਕਾ ਦੇ ਵਿੱਚ ਜਿਹੜੀ ਸੰਗਤ ਆ ਥੋੜ੍ਹੀ ਜਿਹੀ ਸਪਰੈਡ ਆਊਟ ਆ। ਹੁਣ ਇੱਥੇ ਨਿਊਯਾਰਕ, ਵਾਸ਼ਿੰਗਟਨ DC ਜਾਂ ਕੈਲੀਫੋਰਨੀਆ ਦੀ ਜਿਹੜੀ ਸੰਗਤ ਆ ਉਹਨਾਂ ਦੀ ਕਨੈਕਸ਼ਨ ਘੱਟ ਆ। ਸੋ ਜਿਹੜੀ ਖਾਲਸਾ ਏਡ ਦੀ ਮੇਨ ਵੈਬ ਪੇਜ ਆ ਉਹਦੇ 204,000 ਫਾਲੋਅਰਸ ਆ, ਉਹਦੇ 'ਤੇ ਐਡ ਹੋਣਾ, ਉਹਨੂੰ ਲਾਈਕ ਕਰਨਾ ਅਤੇ ਫੋਲੋ ਕਰਨਾ। ਜਿਹੜੀ ਖਾਲਸਾ ਏਡ USA ਦੀ ਵੈਬਸਾਈਟ ਆ ਉਹਨੂੰ ਵੀ ਫੋਲੋ ਕਰਨਾ, ਤਾਂ ਕਰਕੇ ਉਹਨਾਂ ਨੂੰ ਪਤਾ ਲੱਗੇ ਵੀ ਕਿਹੜੇ ਪ੍ਰੋਜੈਕਟਸ ਚੱਲ ਰਹੇ ਆ, ਕਿੱਥੇ ਉਹ ਇਨਵੋਲਵਡ ਹੋ ਸਕਦੇ ਆ। ਜੇ ਉਹਨਾਂ ਨੇ ਆਪ ਉੱਥੇ ਜਿੱਦਾਂ ਹੇਟੀ ਦੇ ਵਿੱਚ ਔਰਫਨੇਜਿਸ, ਮੇਰੇ ਖਿਆਲ 8 ਔਰਫਨੇਜਿਸ ਆ, ਉੱਥੇ ਕਈ ਜਾਂਦੇ ਆ। ਮਨਸਿਮਰਨ ਸਿੰਘ ਹੁਣੀ ਗਏ ਸੀਗੇ ਅਤੇ ਉਹਨਾਂ ਨੇ ਉੱਥੇ ਸੇਵਾ ਕੀਤੀ ਆ। ਜੇ ਉੱਥੇ ਉਹ ਜਾ ਕੇ ਸੇਵਾ ਕਰਨੀ ਚਾਹੁੰਦੇ, ਉਹ ਉੱਦਾਂ ਵੀ ਕਰ ਸਕਦੇ ਆ। ਜੇ ਉਹਨਾਂ ਨੇ ਡੋਨੇਸ਼ਨ ਰਾਹੀਂ ਕੁਛ ਕਰਨਾ ਜਾਂ ਕਿਸੇ ਫੈਮਿਲੀ ਨੂੰ ਅਡਾਪਟ ਕਰਨਾ, ਉਹ ਕਿਸੇ ਦਾ ਕਿਸੇ ਤਰ੍ਹਾਂ ਇਨਵੋਲਵਡ ਹੋਣਾ ਬਹੁਤ ਜ਼ਰੂਰੀ ਆ। ਅਤੇ ਜਦੋਂ ਉਹ ਸ਼ੁਰੂ ਕਰਨਗੇ ਉਹਨਾਂ ਨੂੰ ਹੋਰ ਜਿਹੜੀ ਆਪਰਚੁਨਿਟੀਜ਼ ਆ ਉਹ ਚੰਗੀਆਂ ਲੱਗਣਗੀਆਂ ਅਤੇ ਹੋਰ ਇਨਵੋਲਵਡ ਹੋਊਗੇ। ਬਿਲਕੁਲ, ਇਹ ਚੰਗੀ ਖੁਸ਼ੀ ਦੀ ਗੱਲ ਹੈ। ਮਨਸਿਮਰਨ ਜੀ, ਤੁਸੀਂ, ਮੈਂ ਫਿਰ ਆਨਾ ਕਿ ਨੌਜਵਾਨ ਹੋ, ਤਾਂ ਕਿਸ ਤਰ੍ਹਾਂ ਨੌਜਵਾਨ ਆਪਣੇ ਹਮ ਉਮਰ ਜਿਹੜੇ ਤੁਹਾਡੇ ਹੈਗੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਪ੍ਰੇਰਿਤ ਕਰਦੇ ਹੋ, ਜਾਂ ਜਿਹੜੇ ਪਹਿਲੀ ਵਾਰ ਤੁਹਾਡੇ ਇਸ ਗਰੁੱਪ 'ਚ ਆ ਕੇ ਹੱਥੀਂ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨੂੰ ਕਿਸ ਤਰ੍ਹਾਂ ਤੁਸੀਂ ਅੱਗੇ ਨਾਲ ਲੈ ਕੇ ਜੋੜਦੇ ਹੋ? ਦੇਖੋ, ਜਿਵੇਂ ਕਿ ਭਾਈ ਨੇ ਦੱਸਿਆ ਕਿ ਮੈਂ ਹੇਟੀ ਅੱਜ ਤੱਕ ਮੇਰੇ ਖਿਆਲ ਮੈਂ 4 ਵਾਰੀ ਆ ਚੁੱਕਾ ਜੀ, ਅਤੇ ਜਦੋਂ ਵੀ ਗਿਆ ਹੋਰ ਜਾਣ ਦਾ ਜੀ ਕਰਦਾ ਜੀ। ਕਿਉਂਕਿ ਅਸੀਂ ਉਹਨਾਂ ਨੂੰ ਜਦੋਂ ਅਸੀਂ ਵੇਖਦੇ ਹਾਂ ਬੱਚਿਆਂ ਨੂੰ, ਨਿੱਕੇ ਨਿੱਕੇ ਬੱਚੇ ਨੇ, 1 2 3 ਸਾਲ ਤੋਂ ਲੈ ਕੇ 12 13 14 15 ਸਾਲ ਤੱਕ, ਅਤੇ ਉਹੀ ਬੱਚੇ ਇੱਥੇ ਵੀ ਨੇ, ਵੀ ਲਿਵ ਵਿਦ ਦੈਮ, ਰਾਈਟ। ਅਤੇ ਅਸੀਂ ਵੇਖਦੇ ਹਾਂ ਕਿ ਸਾਨੂੰ ਕਿੰਨਾ ਕੁਛ ਮਿਲਦਾ, ਉਹਨਾਂ ਕੋਲ ਉਹਦੇ ਤੋਂ ਅੱਧ ਤੋਂ ਵੀ ਘੱਟ ਆ, ਕੁਛ ਵੀ ਨਹੀਂ ਗਾ। ਓਕੇ। ਸੋ ਜੇ ਅਸੀਂ ਉੱਥੇ ਜਾ ਕੇ ਥੋੜ੍ਹੀ ਬਹੁਤੀ ਵੀ ਕਰਦੇ ਹਾਂ, ਇੱਕ ਤਾਂ ਦਿਲ ਨੂੰ ਸੰਤੁਸ਼ਟੀ ਮਿਲਦੀ ਹੈ, ਗੁਰੂ ਦਾ ਕਾਰਜ ਪੂਰਾ ਹੁੰਦਾ, ਇੱਕ ਦੂਜੇ ਬੰਨੇ ਵੀਰ ਗਿਵਿੰਗ ਬੈਕ। ਅਤੇ ਵਿਦ ਦੈਟ ਸੈਡ, ਅਸੀਂ ਭਾਜੀ ਹੁਣੀ ਕੈਲੀਫੋਰਨੀਆ ਵਿੱਚ, ਮੈਂ DC ਵਿੱਚ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਲੋਕਲ ਯੂਥ ਗਰੁੱਪਸ ਨੂੰ ਨਾਲ ਜੋੜ ਕੇ ਅਤੇ ਟੀਮਸ ਲੈ ਕੇ ਜਾਈਏ ਉੱਥੇ ਹੇਟੀ ਦੇ ਵਿੱਚ। ਪੂਰੇ ਦਾ ਪੂਰਾ ਇੱਕ ਵੱਡੇ ਤੌਰ 'ਤੇ ਇਹਨਾਂ ਨੂੰ ਮੈਸੇਜ ਕਨਵੇ ਕਰਦੇ। ਇਹ ਲੰਗਰ ਜਿਹੜਾ ਸਾਡੀ ਪ੍ਰਥਾ ਦੇ ਵਿੱਚ, ਸਿੱਖੀ ਦੇ ਵਿੱਚ ਜਿਹੜਾ ਲੰਗਰ ਇੱਕ ਮਹਾਨ ਉਹਨੂੰ ਆਪਾਂ ਸਥਾਨ ਦਿੱਤਾ, ਕਿਉਂਕਿ ਭੁੱਖੇ ਨੂੰ ਜੇ ਅਸੀਂ ਰਜਾ ਦਈਏ ਤਾਂ ਉਹ ਰੱਬ ਨੂੰ ਵੀ ਜੁੜ ਜਾਂਦਾ ਹੈ। ਅਤੇ ਇਹਦੇ ਵਿੱਚ ਜਿਹੜਾ ਖਾਲਸਾ ਏਡ ਨੇ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਆਪਣਾ ਜਿਹੜਾ ਆਪਣਾ ਨਿਸ਼ਾਨ ਛੱਡੇ ਨੇ, ਇਹਨੂੰ ਹੋਰ ਕਿੱਥੇ ਤੱਕ ਲੈ ਕੇ ਜਾਣ ਦੀ ਇੱਕ ਕੋਈ ਟੀਚਾ ਮਿੱਥਿਆ ਗਿਆ? ਹੁਣ ਕਸ਼ਮੀਰ ਬਹੁਤ ਵੱਡਾ ਪ੍ਰੋਗਰਾਮ ਚੱਲ ਰਿਹਾ ਜੀ। ਪਹਿਲੀ ਟੀਮ ਜਿਹੜੀ ਪਹੁੰਚੀ ਸੀ ਕਸ਼ਮੀਰ ਹੜ੍ਹ ਦੇ ਵਿੱਚ, ਖਾਲਸਾ ਏਡ ਦੀ ਟੀਮ, ਤੇ ਉੱਥੇ ਜੰਮੂ ਐਂਡ ਕਸ਼ਮੀਰ ਸਿੱਖ ਪ੍ਰੋਫੈਸ਼ਨਲਸ ਆਰਗੇਨਾਈਜੇਸ਼ਨ ਆ, ਉਹ ਸਾਡੇ ਨਾਲ ਜੁੜੇ 50-60 ਉਹਨਾਂ ਦੇ ਵੋਲੰਟੀਅਰ ਆ, ਅਤੇ ਸਾਡੇ ਉੱਥੋਂ ਗਏ। ਉੱਥੇ ਜਿਹੜਾ ਹੁਣ ਕਈ ਵੱਡੇ ਰਾਸ਼ਨ ਬੰਡਲ ਲੰਗਰ ਦੇ ਵਰਤਾਏ ਗਏ, ਹੁਣ ਕੱਪੜੇ ਵਰਤਾ ਰਹੇ। ਹੁਣ ਸਾਡੀ ਟੀਮ ਹਾਲੇ ਤੱਕ ਵੀ ਉੱਥੇ ਹੈਗੀ ਆ, ਕਈ ਟੀਮਾਂ ਛੱਡ ਕੇ ਆ ਗਈਆਂ। ਹੁਣ ਅਸੀਂ ਉੱਥੇ ਗਰਮ ਕੱਪੜੇ ਦੇ ਰਹੇ ਹਾਂ, ਸਿਆਲ ਆ ਗਿਆ ਅਤੇ ਬਹੁਤ ਲੋੜ ਆ। ਸੋ ਇਹ ਲੰਗਰ ਦਾ ਮਤਲਬ ਇਹ ਨਹੀਂ ਗਾ, ਜਿੱਦਾਂ ਹੁਣ ਲੰਗਰ ਚੱਲਦਾ ਗੁਰਦੁਆਰੇ ਸਾਹਿਬ, ਕਈ ਲੋਕਾਂ ਨੂੰ ਤੁਹਾਨੂੰ ਜਿੱਦਾਂ ਭਾਈ 2 ਦਾਲਾਂ 2-3 ਸਬਜ਼ੀਆਂ, ਸਾਰਾ ਕੁਝ ਦਾ 5 ਸਟਾਰ ਬਣ ਗਿਆ ਲੰਗਰ। ਉਹਦਾ ਕੌਨਸੈਪਟ ਕੋਈ ਅਪਰੀਸ਼ੀਏਟ ਨਹੀਂ ਕਰਦਾ ਅੱਜ ਕੱਲ੍ਹ, ਥੋੜ੍ਹੇ ਕਰਦੇ ਅਪਰੀਸ਼ੀਏਟ ਲੰਗਰ ਦਾ ਮਤਲਬ ਕੀ। ਪਰ ਅਸੀਂ ਇੰਨੇ ਪਿੱਛੇ ਰਹਿ ਗਏ ਹਾਂ, ਜਿੱਥੇ ਭੁੱਖ ਆ ਉੱਥੇ ਲੈ ਕੇ ਨਹੀਂ ਜਾਂਦੇ ਅਸੀਂ, ਜਿੱਥੇ ਲੋੜ ਨਹੀਂ ਗੀ ਉੱਥੇ ਭਰੇ ਪਏ ਪਤੀਲੇ ਅਤੇ ਅੱਧੇ ਵੇਸਟ ਹੁੰਦੇ ਆ। ਸੋ ਲੰਗਰ ਚੱਲੇ, ਪਰ ਲੰਗਰ ਦੀ ਤੁਸੀਂ ਰਿਸਪੈਕਟ ਕਰੋ ਭਈ, ਹਾਂ ਤੁਹਾਡਾ ਮਤਲਬ ਕੀ। ਗੁਰੂ ਨਾਨਕ ਜੀ ਨਾਲ ਗੱਲ ਕੀਤੀ, ਗੁਰੂ ਨਾਨਕ ਸਾਹਿਬ ਨੇ ਲੰਗਰ ਸ਼ੁਰੂ ਕੀਤਾ। ਹੁਣ ਦੇਖੋ 500 ਸਾਲ ਪਹਿਲਾਂ ਇਰਾਕ ਗਏ, ਹੁਣ ਅਸੀਂ ਲੰਗਰ ਲੈ ਗਏ ਇਰਾਕ ਜੀ। ਅਸੀਂ ਕਹਿੰਦੇ ਵੀ ਸਰਬੱਤ ਦਾ ਭਲਾ ਮੈਸੇਜ ਸਾਨੂੰ ਗੁਰੂ ਦੇ ਕੇ ਗਏ, ਸਾਡੇ ਜਿਹੜੇ ਤੁਹਾਡੇ ਦੇਸ਼ 500 ਸਾਲ ਪਹਿਲਾਂ ਆਏ, ਅਸੀਂ ਉਹਦੇ ਮੈਸੇਜ ਲੈ ਕੇ ਆਏ ਪੂਰੇ ਕਰਕੇ। ਉਹ ਫਿਰ ਜਿਹੜਾ ਲੰਗਰ ਮਤਲਬ ਇਕੱਲਾ ਖਾਣਾ ਵੀ ਨਹੀਂ ਹੁੰਦਾ, ਲੰਗਰ ਦਾ ਮਤਲਬ ਵੀ ਤੁਸੀਂ ਕੱਪੜੇ ਵੀ ਦੇ ਦਿਓ ਉਹਨਾਂ ਨੂੰ, ਕਿਸੇ ਨੂੰ ਜੇ ਲੋੜ ਆ, ਵਿਚਾਰੇ ਨੰਗੇ ਬੈਠੇ ਆ। ਹੁਣ ਸਿਆਲ ਆ ਗਏ ਆ, ਉਹ ਸਾਨੂੰ ਕਹਿੰਦੇ ਸਾਡੇ ਜਰਾਬਾਂ ਹੈ ਨਹੀਂ, ਸਾਡੇ ਕੋਲ ਕੱਪੜੇ ਨਹੀਂ। ਲੰਗਰ ਜਿਹੜਾ ਵੰਡ ਕੇ ਛਕਣਾ, ਸਰਬੱਤ ਦਾ ਭਲਾ ਜੀ, ਇਹ ਸਾਰੀਆਂ ਬਹੁਤ ਵੱਡੇ ਕੌਨਸੈਪਟ ਆ। ਅਤੇ ਵਿੱਚੋਂ ਆਉਂਦੀ ਦੇਗ ਤੇਗ ਫਤਿਹ, ਦੇਗ ਪਹਿਲਾਂ ਆਉਂਦੀ, ਤੇਗ ਫਿਰ ਫਤਿਹ। ਪਹਿਲਾਂ ਦੇਗ ਚਲਾਓ ਜਿੱਥੇ ਲੋੜ ਆ, ਅਸੀਂ ਚਲਾਈ ਨਹੀਂ ਦੇਗ, ਅਸੀਂ ਲੰਗਰ ਚਲਾਈ ਜਾਂਦੇ ਗੁਰਦੁਆਰਾ, ਜਿੱਥੇ ਦੇਗ ਚਲਾਈ ਜਾਂਦੇ, ਜਿੱਥੇ 4 ਕੰਧਾਂ ਦੇ ਵਿੱਚ ਇੰਨਾ ਪੈਸਾ, ਇੰਨਾ ਲੰਗਰ ਆ, ਉਹ 'ਚ ਵੀ ਝਗੜੇ ਰਹਿੰਦੇ ਕਈ ਵਾਰੀ। ਸੋ ਉੱਥੇ ਲੈ ਕੇ ਜਾਓ ਦੇਗ ਜਿੱਥੇ ਲੋੜ ਆ। ਬਿਲਕੁਲ, ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਸਾਡਾ ਪ੍ਰਚਾਰ ਕਰਨ ਦਾ ਤਰੀਕਾ ਉਹ ਬਿਲਕੁਲ ਕਲੀਅਰ ਹੈ, ਅਤੇ ਪੂਰੀ ਦੁਨੀਆ ਨੂੰ ਅਸੀਂ ਜਿਹੜਾ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਇਹਦੇ ਨਾਲ ਬਹੁਤ ਸਾਰੇ ਇਸ ਵੇਲੇ ਜਿਹੜੇ ਦਰਸ਼ਕ ਵੀਰ ਇਸ ਵੇਲੇ ਪ੍ਰੋਗਰਾਮ ਨੂੰ ਦੇਖ ਰਹੇ ਨੇ,
ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਕਨਵੇ ਕਰਨਾ ਚਾਹੋਗੇ ਕਿ ਅਗਰ ਕੋਈ ਆਪਣੇ ਵੱਲੋਂ ਕੋਈ ਸਮਰੱਥਾ ਦੇ ਥਰੂ ਆਪਣਾ ਦਸਵੰਧ ਕੱਢ ਕੇ ਕਿਸੇ ਚੰਗੇ ਕਾਰਜ ਲਾਉਣਾ ਚਾਹੁੰਦਾ ਹੈ ਤਾਂ ਉਹ ਕਿਸ ਤਰ੍ਹਾਂ ਤੁਹਾਡੀ ਮਦਦ ਕਰ ਸਕਦੇ ਨੇ? ਜਿਹੜੇ ਪ੍ਰੋਜੈਕਟਸ ਚੱਲ ਰਹੇ ਆ ਉਹ ਸਾਰੇ ਫੇਸਬੁੱਕ ਤੇ ਜਾਂ ਜਿਹੜੀ ਵੈਬਸਾਈਟ ਤੇ ਆ ਉਹ ਸਾਰੇ ਉੱਥੇ ਲਿਸਟ ਕੀਤੇ ਆ, ਤੇ ਉੱਥੇ ਜਾ ਕੇ ਜਿਹੜਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹਦੇ ਵਿੱਚ ਇਨਵੋਲਵਡ ਹੋਵੋ। ਇੰਨੇ ਪ੍ਰੋਜੈਕਟਸ ਚੱਲ ਰਹੇ ਆ ਵੀ ਹੋ ਸਕਦਾ ਵੀ ਕੋਈ ਨਹੀਂ ਇੱਦਾਂ ਕੋਈ ਬੰਦਾ ਹੈ ਨਹੀਂ ਜਿਹੜਾ ਜਾ ਕੇ ਕਹੂਗਾ ਵੀ ਮੈਨੂੰ ਕੋਈ ਚੰਗਾ ਨਹੀਂ ਲੱਗਾ ਜਾਂ ਮੇਰੇ ਦਿਲ ਨੂੰ ਨਹੀਂ ਕੁਛ ਲੱਗਾ। ਜਿਹੜੇ ਆਪਣੇ ਏਜ ਦੇ ਨਿਆਣੇ ਆ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਉਹਨਾਂ ਨੂੰ ਦੱਸਦੇ ਹਾਂ ਵੀ ਹੁਣ ਤੁਸੀਂ ਫਰੀਵੇ ਤੇ ਜਾ ਰਹੇ ਆ ਤੇ ਤੁਹਾਨੂੰ ਨਿਸ਼ਾਨ ਸਾਹਿਬ ਦਿਸਦਾ ਦੂਰੋਂ, ਖੁਸ਼ੀ ਹੁੰਦੀ ਆ ਵੀ ਸਾਡਾ ਨਿਸ਼ਾਨ ਸਾਹਿਬ ਆ। ਤੇ ਜਿਹੜੇ ਸਾਡੇ ਪ੍ਰੋਜੈਕਟਸ ਆ ਜਿੱਥੇ ਵੈਲਸ ਬਣਾਈਆਂ, ਜਿੱਥੇ ਪਾਣੀ ਹੈ ਨਹੀਂ ਸੀ ਪੀਣ ਵਾਲਾ, ਉੱਥੇ ਹੁਣ ਨਿਸ਼ਾਨ ਸਾਹਿਬ ਝੂਲਦੇ ਆ। ਤੇ ਇੱਦਾਂ ਦੀਆਂ ਚੀਜ਼ਾਂ ਨਾਲ ਖੁਸ਼ੀ ਬਣਦੀ ਹੈ ਤੇ ਉਹ ਫਿਰ ਲੋਕ ਉਹਦੇ ਨਾਲ ਇਨਵੋਲਵਡ ਹੋਣਾ ਚਾਹੁੰਦੇ ਆ। ਜਾਂ ਜਦੋਂ ਭਾਜੀ ਹੋਣਾ ਦੀ ਫੋਟੋ ਦਿਸਦੀ ਹੈ, ਜਿਹੜੇ ਉੱਥੇ ਰੈਫਿਊਜੀਜ਼ ਨਿਆਣੇ ਭਾਜੀ ਹੋਣਾ ਨੂੰ ਜੱਫੀ ਪਾਉਂਦੇ ਆ, ਤੇ ਇੱਦਾਂ ਦੀਆਂ ਫੋਟੋਆਂ ਦੇਖ ਕੇ ਪ੍ਰੋਜੈਕਟਸ ਨਾਲ ਥੋੜ੍ਹਾ ਜਿਹਾ ਜਾਣਕਾਰੀ ਹੋਣ ਕਰਕੇ ਤੁਸੀਂ ਜਿੱਥੇ ਤੁਹਾਡਾ ਮਨ ਲੱਗਦਾ ਤੁਸੀਂ ਉੱਥੇ ਇਨਵੋਲਵਡ ਹੋਵੋ। ਭਾਵੇਂ ਤੁਹਾਡਾ ਟਾਈਮ ਹੋਵੇ, ਭਾਵੇਂ ਤੁਹਾਡੇ ਪੈਸੇ ਹੋਣ, ਭਾਵੇਂ ਤੁਹਾਡੀ ਸਪੋਰਟ ਹੋਵੇ, ਜਿੱਦਾਂ ਤੁਸੀਂ ਸਪੋਰਟ ਕਰ ਸਕਦੇ ਆ ਉੱਦਾਂ ਤੁਸੀਂ ਕਰੋ। ਤੇ ਆਪਣੇ ਬਹੁਤ ਸਾਰੇ ਜਿਹੜੇ ਸਾਡੀ ਕਮਿਊਨਿਟੀ, ਸਾਡੇ ਭਾਈਚਾਰੇ 'ਚ ਹੈ ਕਿ ਅਸੀਂ ਸਾਲ ਦੇ ਵਿੱਚ ਜਿਹੜਾ 1-2 ਮਹੀਨੇ ਦੀਆਂ ਛੁੱਟੀਆਂ ਆਪਣੇ ਵਤਨ ਮਨਾਉਣ ਚਾਹੀਦੀਆਂ, ਮਤਲਬ ਪੰਜਾਬ ਚਾਹੀਦਾ, ਉਹਨਾਂ ਲੋਕਾਂ ਨੂੰ ਕਿਸ ਤਰ੍ਹਾਂ ਤੁਹਾਡੀ ਉੱਥੇ ਮਦਦ ਕਰ ਸਕਦੇ ਕਿਉਂਕਿ ਤੁਹਾਡੇ ਬਹੁਤ ਸਾਰੇ ਪ੍ਰੋਜੈਕਟ ਉੱਥੇ ਵੀ ਚੱਲ ਰਹੇ ਨੇ? ਜੇ ਕਿਸੇ ਕੋਲ ਆਈਡੀਆ ਹੈਗੀ ਆ, ਜਿਹੜੇ ਉਹਨਾਂ ਨੇ ਕੋਈ ਪ੍ਰੋਜੈਕਟ ਕਰਨੀ ਹੈ ਜਾਂ ਉਹਨਾਂ ਦੀ ਕੋਈ ਵਿਸ਼ ਹੈ, ਉਹਨਾਂ ਨੇ ਕਿਸੇ ਫੈਮਿਲੀ ਨਾਲ ਜਾ ਕੇ ਮਿਲਣਾ, ਉਹ ਸਾਨੂੰ ਈਮੇਲ ਪਾਉਣ ਤੇ ਅਸੀਂ ਉਹ ਆਰਗੇਨਾਈਜ਼ ਕਰ ਸਕਦੇ ਹਾਂ। ਜੇ ਕਿਸੇ ਨੇ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰਨੀ ਹੈ ਤੇ ਸਾਡੀ ਉੱਥੇ ਫੈਸਿਲਿਟੀਜ਼ ਤੇ ਇੰਫਰਾਸਟ੍ਰਕਚਰ ਹੈਗਾ ਤੇ ਅਸੀਂ ਉਹ ਅਰੇਂਜ ਕਰਾ ਸਕਦੇ ਹਾਂ। ਜਿੱਦਾਂ ਹੁਣ ਖਾਲਸਾ ਏਡ ਗੂਗਲ ਕਰ ਸਕਦੇ ਹਾਂ, khalsaid.org ਵੈਬਸਾਈਟ ਦਾ ਨਾਂ ਆ। ਸੋ ਉਹਦੇ ਵਿੱਚ ਸਾਰੀ ਇਨਫੋਰਮੇਸ਼ਨ, ਕੰਟੈਕਟ ਡਿਟੇਲ ਆ, ਗੂਗਲ ਕਰ ਲਓ ਖਾਲਸਾ ਏਡ ਜਾਂ khalsaid.org। ਤੇ ਜਿੱਦਾਂ ਭਾਈ ਸਾਹਿਬ ਕਹਿੰਦੇ ਇਹ ਸੈਕਰਾਮੈਂਟੋ ਤੋਂ ਆ, ਤੇ ਜੇ ਲੋਕਲ ਸੰਗਤ ਨੂੰ ਪਛਾਣਦੀ ਹੋਊਗੀ, ਭਾਈ ਸਾਹਿਬ ਉਹਦੇ ਡੀ ਆਫਿਸ ਵੀ ਕੰਮ ਕਰਦੇ ਆ, ਇਹਨੂੰ ਅਪਰੋਚ ਕਰ ਸਕਦੇ ਸੇਵਾ ਤੇ ਮੈਨੂੰ ਆਪੇ ਇੰਟਰੋਡਿਊਸ ਕਰ ਸਕਦੇ ਡੀਸੀ ਦੇ ਏਰੀਆ ਵਿੱਚ ਵੀ। ਲਾਈਕ ਡੀਸੀ ਏਰੀਆ ਦੇ ਵਿੱਚ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ, ਤੁਸੀਂ ਕਿਹਾ ਕਿ ਕਿਸ ਤਰ੍ਹਾਂ ਸੰਗਤਾਂ ਜੁੜ ਸਕਦੀਆਂ ਨੇ ਜੀ। ਓਬਵੀਅਸਲੀ ਭਾਈ ਨੇ ਕਿਹਾ ਟਾਈਮ ਵੀ ਆ, ਪੈਸਾ ਵੀ ਆ, ਸਪੋਰਟ ਵੀ ਆ। ਉਹਦੇ ਵਿੱਚ ਇਹ ਹੈ ਕਿ ਅਸੀਂ ਜਿੱਥੇ ਤੇ ਅਸੀਂ ਜਾ ਸਕਦੇ ਹਾਂ ਉੱਥੇ ਟੀਮਾਂ ਇਕੱਠੀਆਂ ਕਰੀਏ, ਰਾਈਟ। ਵੀ ਕੈਨ ਫੰਡ ਰੇਜ਼। ਪੰਜਾਬ ਜਿਹੜਾ ਕੋਈ ਜਾਂਦਾ ਆ ਆਪਣੇ ਨਾਲ ਸਿੱਟਾ ਲੈ ਕੇ ਜਾਵੇ ਕਿ ਐਤਕੀ ਮੈਂ ਜਾਣਾ ਆ, ਮੈਂ ਇੱਕ ਫੈਮਿਲੀ ਨੂੰ ਸਪੋਂਸਰ ਕਰਕੇ ਜਾਣਾ ਆ, ਰਾਈਟ। ਇਟਸ ਨਾਟ ਮਚ, ਇਟਸ $40-50 ਅ ਮੰਥ, ਰਾਈਟ। ਸ਼ਹੀਦ ਪਰਿਵਾਰ ਨੇ, ਦੇ ਕੈਨ ਬੀ ਸਪੋਂਸਰਡ। You want to go to Haiti, we can have a team of 2 or 3 people go to Haiti like twice a year. So ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਡੇ ਇੱਥੇ ਗ੍ਰਾਸ ਰੂਟਸ ਦੇ ਵਿੱਚ ਹੀ ਨੇ, ਇਹ ਸਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈਗੀ। ਅਸੀਂ ਹਮੇਸ਼ਾ ਭਾਲਦੇ ਹਾਂ ਕਿ ਕਿੱਥੇ ਜਾਈਏ, ਕਿੱਦਾਂ ਕਰੀਏ ਹੈਲਪ। We're here, we can do it. ਜਿੱਦਾਂ ਜਿਹੜਾ ਗ੍ਰਾਸ ਰੂਟਸ ਪ੍ਰੋਗਰਾਮ ਹੈ ਉੱਥੇ ਸੈਕਰਾਮੈਂਟੋ ਦੇ ਵਿੱਚ ਸੇਵਾ ਸੈਲਫਲੈਸ ਸਰਵਿਸ ਗਰੁੱਪ ਆ, ਉਹ ਸਾਰੇ 20-25 ਸਾਲ ਦੇ ਨਿਆਣੇ ਆ ਤੇ ਉਹ ਆਪ ਉਹਨਾਂ ਨੇ ਪ੍ਰੋਜੈਕਟ ਸ਼ੁਰੂ ਕੀਤਾ ਭਾਜੀ ਹੋਣਾ ਤੋਂ, ਉਹਨਾਂ ਨੇ ਐਡਵਾਈਸ ਲਈ ਸੀ ਤੇ ਉਹ ਹਰ ਥਰਸਡੇ ਨੂੰ ਉਹ ਲੰਗਰ ਚਲਾਉਂਦੇ ਆ। ਤੇ ਉਹਨਾਂ ਦਾ ਮੈਂ ਇੱਕ ਵਾਰੀ ਗਿਆ ਸੀਗਾ ਤੇ ਉਹ ਜਦੋਂ ਉਹਨਾਂ ਦੀ ਕਾਰਾਂ ਆਉਣੀਆਂ ਤੇ ਜਿਹੜੇ ਹੋਮਲੈਸ ਆ ਉਹ ਸਿੰਘ ਦਿਸਦੇ ਆ ਉਹਨਾਂ ਨੂੰ ਤੇ ਉਹ ਆਪੇ ਹੀ ਲਾਈਨ ਬਣਾ ਲੈਂਦੇ ਆ ਤੇ ਉਹ ਪੁੱਛਦੇ ਆ ਵੀ ਤੁਸੀਂ ਆਪਣਾ ਮਿਊਜ਼ਿਕ ਲਾਓ ਤੇ ਉਹ ਲੰਗਰ ਵਰਤਾਉਂਦੇ ਆ। ਇੱਕ ਦੋ ਵਾਰੀ ਮੈਂ ਦੇਖਿਆ ਲੋਕ ਜਿਹੜੇ ਸਿੰਘ ਸੀਗੇ ਉਹਨਾਂ ਆਪਣੀਆਂ ਜੁੱਤੀਆਂ ਲਾ ਕੇ ਕਿਸੇ ਨੂੰ ਦੇ ਦਿੱਤੀਆਂ। ਇੱਕ ਵਾਰੀ ਇੱਕ ਲੇਡੀ ਸੀ, ਉਹਦਾ ਬੱਚਾ ਸੀਗਾ 2 ਹਫ਼ਤਿਆਂ ਦਾ ਤੇ ਉਹ ਰੋਂਦੀ ਸੀ ਕਿਉਂਕਿ ਉਹਦੇ ਬੱਚੇ ਨੂੰ ਬੁਖਾਰ ਸੀਗਾ। ਉਹ ਕਹਿੰਦੇ ਮੇਰੇ ਬੱਚੇ ਨੇ ਬਚਣਾ ਨਹੀਂ। ਤੇ ਆਮ ਕਰਕੇ ਲੋਕੀ ਤਾਂ ਪੈਸੇ ਵੀ ਨਹੀਂ ਦਿੰਦੇ ਕਿਸੇ ਹੋਮਲੈਸ ਬੰਦੇ ਨੂੰ, ਕਹਿੰਦੇ ਪਈ ਗੰਦਾ ਆ, ਪਈ ਡਰੱਗਸ ਵਰਤੂਗਾ, ਪਰ ਉਹਨਾਂ ਨੇ ਉਹ ਲੇਡੀ ਨੂੰ ਆਪਣੇ ਕਾਰ 'ਚ ਬਿਠਾ ਕੇ ਉਹ ਬੱਚੇ ਦੀ ਜਾਨ ਬਚਾਈ ਹੈ। ਸੋ ਉਹਨਾਂ ਨੇ ਆਪ ਉਹ ਇਨਵੋਲਵ ਕਰਕੇ ਆਈਡੀਆ ਭਾਜੀ ਉਹਨਾਂ ਨੂੰ ਪੁੱਛ ਕੇ ਉਹ ਸ਼ੁਰੂ ਕੀਤਾ ਤੇ ਹੁਣ ਉਹ ਕਈ ਸ਼ਹਿਰਾਂ ਦੇ ਵਿੱਚ ਉਹ ਸ਼ੁਰੂ ਕੀਤਾ ਹੈ ਉਹਨਾਂ ਨੇ। ਮਤਲਬ ਕਿ ਇੱਕ ਆਪਣਾ ਜਿਹੜਾ ਸਹੀ ਧਰਮ ਦਾ ਅਸੀਂ ਜਿਹੜਾ ਇੱਕ ਲੋਕਾਂ ਨੂੰ ਦੱਸ ਰਹੇ ਸੀ ਅਸੀਂ ਕੀ ਚੀਜ਼ ਹੈ, ਸਾਡੇ 'ਚ ਕੀ ਹੈ, ਸਾਨੂੰ ਗੁਰੂਆਂ ਨੇ ਕੀ ਬਖਸ਼ਿਸ਼ ਕੀਤੀ ਹੈ, ਕੀ ਉਹਨਾਂ ਨੇ ਸਾਨੂੰ ਦੱਸਿਆ ਕਿ ਮਾਨਵਤਾ ਦਾ ਭਲਾ ਕਰਨਾ ਹੈ। ਮੈਨੂੰ ਪਤਾ ਹੈ ਕਿ ਹੁਣ ਕਸ਼ਮੀਰ ਦੇ ਵਿੱਚ ਅਸੀਂ ਪਿਛਲੀ ਵਾਰੀ ਦੇਖਿਆ ਕਿ ਬਹੁਤ ਸਾਰੇ ਜਿਹੜੇ ਮੁਸਲਮਾਨ ਕਮਿਊਨਿਟੀ ਭਾਈਚਾਰੇ ਦੇ ਸਾਡੇ ਲੋਕ ਸਨ ਜਿਨ੍ਹਾਂ ਨੇ ਕਦੀ ਅੱਜ ਤੱਕ ਗੁਰਦੁਆਰੇ ਦੇ ਵਿੱਚ ਮੱਥਾ ਵੀ ਨਹੀਂ ਸੀ ਜਾਣ ਦੇਖਣਾ, ਕਿ ਉਹਨਾਂ ਸੋਚਿਆ ਨਹੀਂ ਕਿ ਧਰਮ ਤੋਂ ਬਾਹਰ ਜਾਣਾ, ਅੱਜ ਉੱਥੇ ਸ਼ਰਨ ਲੈ ਕੇ ਬੈਠੇ ਹੋਏ ਨੇ ਤੇ ਉਹਨਾਂ ਦੇ ਅੱਖਾਂ 'ਚ ਅਥਰੂ ਆ ਜਾਂਦੇ ਨੇ ਕਿ ਜਿਹੜੇ ਅਸੀਂ ਕਦੀ ਸੋਚਿਆ ਵੀ ਨਹੀਂ ਸੀ, ਅੱਜ ਉਹਨਾਂ ਨੇ ਸਾਨੂੰ ਸ਼ੈਲਟਰ ਦਿੱਤਾ। ਇਹ ਆਪਣੇ ਆਪ 'ਚ ਇੱਕ ਦੱਸਣ ਦੀ ਲੋੜ ਹੈ ਕਿ ਅਸੀਂ ਕੀ ਕੁਛ ਕਰ ਸਕਦੇ ਹਾਂ ਮਾਨਵਤਾ ਲਈ। ਅਤੇ ਇਹਦੇ ਨਾਲ ਇੱਕ ਚੀਜ਼ ਮੈਨੂੰ ਹੋਰ ਹੈ, ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਨੇ ਇੱਥੇ ਅੱਜ ਕੱਲ੍ਹ ਜਿਹੜੀਆਂ ਕਹਿੰਦੀਆਂ ਨੇ ਕਿ ਅਸੀਂ ਵੱਖਰੇ ਵੱਖਰੇ ਵਰਗਾਂ 'ਚ ਕੰਮ ਕਰ ਰਹੇ ਹਾਂ, ਵੱਖਰੀ ਵੱਖਰੀ ਕੰਟਰੀ 'ਚ ਕੰਮ ਕਰ ਰਹੇ ਹਾਂ, ਲੇਕਿਨ ਉਹ ਸਹੀ ਮਾਇਨੇ 'ਚ ਉਹ ਜਿਹੜਾ 100% ਨਹੀਂ ਪਹੁੰਚਦਾ। ਅਤੇ ਖਾਲਸਾ ਏਡ ਜਿਹੜਾ ਕਿਉਂਕਿ ਇਹਨੂੰ ਇੱਕ ਆਪਣੇ ਤਰੀਕੇ ਨਾਲ ਸੋਚਿਆ ਜਾਵੇ ਤਾਂ ਮਨ ਦੇ ਅੰਦਰ ਇਹ ਹੁੰਦਾ ਕਿ ਜਿਹੜੀ ਪੂਰਾ ਇੱਕ ਪਲੈਨਿੰਗ ਵੀ ਦਿੱਤੀ ਜਾਏਗੀ ਉਹ ਵੀ ਜਿਹੜਾ ਸਹੀ ਜਗ੍ਹਾ 'ਤੇ ਲੱਗੇਗੀ। ਇਹ ਆਪਾਂ ਨੂੰ ਕਿਸ ਤਰ੍ਹਾਂ ਇੰਡੀਪੈਂਡੈਂਟ ਕੀਤਾ ਗਿਆ, ਕਿਸ ਤਰ੍ਹਾਂ ਉਹਨੂੰ ਅਸੀਂ ਪਾਰਦਰਸ਼ਾ ਉਹ 'ਚ ਲੈ ਕੇ ਆਏ ਹਾਂ ਕਿ ਪਤਾ ਲੱਗਦਾ? ਅਸੀਂ ਇਹ ਕਹਿੰਦੇ ਜਿੱਦਾਂ ਹੁਣ ਕਈ ਟੀਮਾਂ ਹਰ 3 ਮਹੀਨੇ ਹੇਟੀ ਜਾਂਦੀਆਂ, UK ਤੋਂ USA ਜਾਂਦੇ,
ਇਹ ਕਹਿੰਦੇ ਅਸੀਂ ਜਾਣਾ ਹੇਠੀ, ਨਹੀਂ ਪੈਸੇ ਰੇਜ਼ ਕੀਤੇ ਜੀ, ਫਿਰ ਚੱਲ ਗਿਆ ਹੇਠੀ, ਜਿੰਨੇ ਪੈਸੇ ਸੀਗੇ ਰੇਜ਼ ਕੇ ਬਾਕੀ ਅਸੀਂ ਭੇਜ ਦਿੱਤੇ। ਓਕੇ, ਅਸੀਂ ਕਹਿੰਦੇ ਜੇ ਤੁਸੀਂ ਹੇਠੀ, ਤੁਹਾਡੇ ਨਿਊਯਾਰਕ ਤੇ ਮਾਇਆਮੀ ਦੇ ਨਾਲ ਹੀ ਆ ਹੇਠੀ, ਬਿਲਕੁਲ, ਸੋ ਵੀ ਕੈਨ ਸੈਂਡ ਯੂ। ਤੁਸੀਂ ਆਪੇ ਹੀ ਕੋਈ ਗੁਰਦੁਆਰਾ ਇੱਥੇ ਹੋਵੇ, ਜੇ ਤੁਹਾਡੇ ਕੋਈ ਜਨਮਦਿਨ ਦੀ ਖੁਸ਼ੀ ਹੋਵੇ ਕੋਈ ਫੈਮਿਲੀ 'ਚ, 2 ਬੰਦੇ ਭੇਜ ਦਿਓ, ਸਾਡੇ ਉੱਥੇ ਕੰਟੈਕਟ ਹੈਗੇ, ਤੁਹਾਨੂੰ 에ਅਰਪੋਰਟ ਚੱਕ ਲਓਗੇ, ਤੁਹਾਨੂੰ ਲੈ ਜਾਈਏ ਮਾਰਕੀਟ ਵਿੱਚ 2 ਦਿਨ ਜਾ ਕੇ ਤੁਸੀਂ 4 ਓਫਨੇਜ ਦੇ ਘਰ ਜਿਹਦਾ ਭਈ ਕਿਚਨ ਸਾਰਾ ਕੁਛ ਖਾਣੇ ਦਾ ਭਰ ਸਕਦੇ 2-3 ਮਹੀਨੇ ਲਈ। ਕਿੰਨਾ ਵੱਡਾ ਪੁੰਨ ਹੋਊਗਾ, ਤੁਸੀਂ ਆਪਣੇ ਹੱਥੀਂ ਕਰੋ। ਹੁਣ ਜਿਹੜੇ ਪਰਿਵਾਰ ਅਸੀਂ ਸਪਾਂਸਰ ਕਰਦੇ, ਬੱਚੇ ਸਪਾਂਸਰ ਕਰਦੇ, ਜਿਹੜੇ ਕਈ ਪਰਿਵਾਰ 84 ਦੇ ਅਫੈਕਟਡ ਆ, ਬਜ਼ੁਰਗ ਆ, ਜੀ, ਉਹ ਤੁਸੀਂ ਲਿੰਕ ਸਿੱਧੇ ਕਰੋ, ਤੁਹਾਨੂੰ ਅਸੀਂ ਸਾਰੀ ਡਿਟੇਲ ਦੇਵਾਂਗੇ, ਆਹ ਬੱਚਾ ਆ, ਪਰਿਵਾਰ ਆ, ਤੁਹਾਨੂੰ ਫੋਨ ਨੰਬਰ, ਕਿਹੜਾ ਐਡਰੈਸ ਆ। ਤਾਂ ਜੇ ਤੁਸੀਂ ਕਹਿਣਾ ਭਈ ਅਸੀਂ ਨਹੀਂ ਜਾਣਾ ਚਾਹੁੰਦੇ, ਫਿਰ ਸਾਡੇ ਜਨਰਲ ਫੰਡ 'ਚ ਪਾ ਦਿੰਦੇ ਜਿਹੜੀ ਸੰਗਤ ਆ, ਤਾਂ ਹੀ ਅਸੀਂ ਹੋਰ ਤਕੜੇ ਨਵੇਂ ਪ੍ਰੋਗਰਾਮ ਸ਼ੁਰੂ ਕਰ ਸਕਦੇ। ਹੁਣ ਉੱਥੇ ਅਫਰੀਕਾ ਵਿੱਚ ਅਸੀਂ 2 ਪੰਪ ਲਾਏ ਪਾਣੀ ਦੇ, ਜਿੱਥੇ ਕੋਈ ਲਾਗੇ ਨਹੀਂ ਜਾਂਦਾ ਸੀਗਾ, ਕਿਉਂਕਿ 15 ਜਾਂ 20 ਹਜ਼ਾਰ ਕੱਲੇ ਪੰਪ ਲੱਗਾ ਪਾਣੀ ਦਾ, ਪੌਂਡ $30,000 ਕਹਿ ਲਓ ਐਵਰੇਜ। ਉਹ ਬਹੁਤ ਸਖਤ ਥਾਂ ਦੇ ਵਿੱਚ 200 ਮੀਟਰ 200 ਫੁੱਟ ਨਹੀਂ 200 ਮੀਟਰ ਵੱਡੀਆਂ ਮਸ਼ੀਨਾਂ ਕਰਕੇ ਪਾਣੀ ਕੱਢਿਆ ਧਰਤੀ ਤੋਂ, ਜਿੱਥੇ ਨਿਕਲਦਾ ਨਹੀਂ ਸੀਗਾ। ਉੱਥੇ ਕਿਸੇ ਨੇ ਸੇਵਾ ਕੀਤੀ, ਕਹਿੰਦਾ ਮੈਂ ਆਪੇ ਹੀ ਦੇਖਣਾ ਜਾ ਕੇ। ਸੋ ਅਸੀਂ ਜਿੱਥੇ ਵੀ ਜਾਣਾ ਚਾਹੁੰਦੇ, ਜਿੱਦਾਂ ਇਰਾਕ ਹੈ, ਇਰਾਕ ਇਜ਼ ਵੈਰੀ ਡੇਂਜਰਸ। ਜੇ ਕੋਈ ਬਿਜ਼ਨਸਮੈਨ ਹੈਗਾ ਆ, ਮੈਂ ਲੈ ਜਾਊਂਗਾ 1 ਦਿਨ ਲਈ ਉਹਨੂੰ, ਉੱਥੇ ਫੀਲਡ ਦੇ ਵਿੱਚ ਦੇਖ ਲਊਗਾ ਕਿੱਥੇ ਬ੍ਰੈਡ ਫੈਕਟਰੀ, ਬੇਕਰੀ ਖੋਲ੍ਹ ਸਕਦੇ, ਜੋ ਚੱਲਣ ਲੱਗ ਪਈ, ਮੁੜ ਕੇ ਫਿਰ ਦਿਖਾ ਦੇਵਾਂ ਚੱਲਦੀ ਆ। ਪਰ ਇਹ ਸੱਚ ਆ ਹਾਈ ਰਿਸਕ। ਅਸੀਂ ਉਹਨੂੰ ਜਦੋਂ ਭਈ ਸ਼ਹਿਰ ਤੋਂ 1 ਘੰਟੇ ਜਾ ਕੇ ਦਿਖਾ ਕੇ ਛੇਤੀ ਵਾਪਸ ਲੈ ਜਾਂਦੇ, ਅਸੀਂ ਤਾਂ ਉੱਥੇ ਰਹਿੰਦੇ ਕੈਂਪਾਂ 'ਚ ਜਾਂਦੇ, ਬਿਲਕੁਲ, ਪਰ ਉੱਥੇ ਇਹ ਸਾਡਾ ਜੋਬ ਹੀ ਆ, ਅਸੀਂ ਚੂਜ਼ ਨਹੀਂ ਕਰਦੇ ਕਿਹੜਾ ਚੰਗਾ ਕਿਹੜਾ ਮਾੜਾ। ਇਹ ਸਾਡੀ ਰਿਸਕ, ਅਸੀਂ ਪਰਸਨਲੀ ਮੈਂ ਇਕੱਲਾ ਹੀ ਜਾਂਦਾ ਉੱਥੇ ਹੁਣ, ਕਿਉਂਕਿ ਉੱਥੇ ਵੋਲੰਟੀਅਰ ਵੀ ਜਾ ਸਕਦੇ, ਇਟਸ ਵੈਰੀ ਡੇਂਜਰਸ। ਪਰ ਜੇ ਕੋਈ ਜਾਣਾ ਚਾਹੁੰਦਾ, ਵੀ ਵੈਲਕਮ ਦਮ। ਜੇ ਤੁਸੀਂ ਆਪਣੀ ਟ੍ਰੇਲ ਫੋਲੋ ਕਰ ਸਕਦੇ ਪੈਸੇ ਦੀ, ਬਿਲਕੁਲ, ਉਹਨੂੰ ਮਤਲਬ ਕਿ ਐਂਡ ਤੱਕ ਦੇਖਿਆ ਜਾ ਸਕਦਾ ਕਿ ਚੋਇਸ ਕਿਹਦੇ ਹੈਗੀ, ਵਿੱਚ ਤੁਹਾਡੇ ਕੋਲ ਚੋਇਸ ਹੈਗੀ ਆ ਆਉਣ ਦੀ ਸਾਡੇ ਨਾਲ ਤੇ ਬਾਹਰ। ਤੁਸੀਂ ਜਿਹੜਾ ਖਾਲਸਾ ਏਡ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ, ਬਹੁਤ ਸਾਰੇ ਪ੍ਰੋਜੈਕਟ ਨੇ, ਮਤਲਬ ਅਗਰ ਫਿੰਗਰਸ ਵੀ ਘੱਟ ਜਾਣਗੀਆਂ ਟਿਪਸ ਤੇ ਕਹਿੰਦੇ ਕਿ ਕਿੰਨੇ ਕੁ ਤੁਹਾਡੇ ਪ੍ਰੋਜੈਕਟ ਨੇ, ਤੇ ਕੋਈ ਰਿਸਰਚ ਵੀ ਕੀਤੀ ਜਾਂਦੀ ਹੈ ਕਿ ਕਿੱਥੇ ਪਹਿਲਾਂ ਜ਼ਿਆਦਾ ਫੋਕਸ ਕਰਨਾ ਹੈ, ਕਿੱਥੇ ਜ਼ਿਆਦਾ ਜ਼ਰੂਰਤ ਹੈ ਇਸ ਹਾਂਜੀ ਵੇਲੇ? ਹਾਂਜੀ ਹਾਂਜੀ, ਜਿੱਥੇ ਬਈ ਗਰੀਬੀ ਆ, ਹੁਣ ਜਦੋਂ ਸਾਨੂੰ ਕਸ਼ਮੀਰ ਦਾ ਗੱਲ ਆ ਗਈ ਸੀ, ਉੱਥੇ ਜਿਹੜੇ ਬਈ ਬਹੁਤ ਗਰੀਬ, ਕੋਈ ਇੱਕ ਪਿੰਡ ਆ ਉੱਥੇ, ਪਿੰਡ ਕਿਹੜਾ ਉੱਥੇ ਕਸ਼ਮੀਰ, ਜੰਮੂ ਕਸ਼ਮੀਰ ਦੇ ਵਿੱਚ ਆ, ਨੌਸ਼ਹਿਰਾ ਜੀ, ਉੱਥੇ ਬੱਸ ਗਈ ਸੀਗੀ 50 ਬੰਦਿਆਂ ਦੀ, ਖਰੇ ਵਿਆਹ ਸ਼ਾਦੀ ਤੇ ਬਰਾਤ ਦੀ, ਤੁਹਾਨੂੰ ਵੀ ਸ਼ਾਇਦ ਹੋਊਗਾ। ਉਹ ਪਾਣੀ ਆ ਕੇ ਉਹ ਬੱਸ ਹੀ ਉੱਡ ਗਈ ਪਾਣੀ ਨਾਲ, ਸਾਰੀ ਵੀ ਉੱਥੇ ਹੀ ਤਬਾਹ ਹੋ ਗਈ, ਸਾਰੇ ਮਰ ਗਏ। ਉਹ ਜਦੋਂ ਪਿੰਡ ਜਾਓ ਉਹਨਾਂ ਦੇ, ਅਸੀਂ ਪਿੰਡ ਜਾ ਕੇ ਹੁਣ ਫੈਮਲੀਆਂ ਪੈਨਸ਼ਨ ਤੇ ਲਾਈਆਂ, ਉਹ ਪਿੰਡ 'ਚ ਹੋ ਗਿਆ, ਪਿੰਡ 'ਚ ਇੰਨੀ ਗਰੀਬੀ ਆ, ਕੱਚੇ ਘਰ ਆ, ਜਿਹੜੇ ਭਈ ਬ੍ਰੈਡ ਵਿਨਰ ਸੀ, ਜਿਹੜੇ ਕਮਾਈ ਕਰਦੇ ਸੀਗੇ, ਉਹ ਬੱਸ ਮਰ ਗਏ ਵਿਚਾਰੇ, ਹੜ੍ਹ ਆ ਕੇ ਪਾਣੀ ਚੱਕ ਕੇ ਬੱਸ ਮਾਰਤੇ ਸਾਰੇ, ਕੋਈ ਨਹੀਂ ਬਚਿਆ। ਹੁਣ ਉਹ ਫੈਮਲੀ ਅਸੀਂ ਸਪਾਂਸਰ ਕਰ ਰਹੇ ਹਾਂ, ਉਹ ਗਰੀਬੀ ਇਲਾਕਾ ਕਰਕੇ। ਪਰ ਕਈ ਵਾਰੀ ਅਮੀਰ, ਜਿੱਦਾਂ ਹੁਣ ਬਹੁਤ ਅਮੀਰ ਇਲਾਕਾ ਆ ਜਾਂਦਾ, ਇੰਗਲੈਂਡ ਵਿੱਚ ਹੜ੍ਹ ਆਏ ਆ, ਉੱਥੇ ਪੈਸੇ ਦੀ ਘੱਟ ਲੋੜ ਸੀ, ਪਰ ਅਸੀਂ ਆਪਣੇ ਹੱਥੀਂ ਜਾ ਕੇ ਸੇਵਾ ਕੀਤੀ। ਪਰ ਅਸੀਂ ਇਹ ਦੇਖਣਾ ਵੀ ਕਿੱਥੇ ਲੋੜ ਆ, ਕਿੱਥੇ ਨਹੀਂ ਲੋੜ ਆ, ਪੈਸੇ ਦੀ ਲੋੜ ਹੈ, ਕਿੱਥੇ ਮੈਨ ਪਾਵਰ ਦੀ ਲੋੜ ਹੈ। ਬੋਸਨੀਆ ਗਏ, ਬੋਸਨੀਆ ਜਾ ਕੇ ਅਸੀਂ ਉੱਥੇ ਬਹੁਤ ਲੜਾਈ ਪਹਿਲਾਂ ਲੱਗੀ ਸੀ 20 ਸਾਲ ਪਹਿਲਾਂ, ਉਹ ਵੀ ਹੈਰਾਨ ਹੋ ਗਿਆ ਸੀ, ਮੁਸਲਮਾਨ ਦੇਸ਼ ਆ, ਇਹ ਕੌਣ ਆ ਗਏ। ਉੱਥੇ ਜਾ ਕੇ ਲੋਕਾਂ ਦੇ ਘਰ ਅਸੀਂ ਫਿਜ਼ੀਕਲੀ ਜਾ ਕੇ ਹੈਲਪ ਕੀਤੀ, ਸਾਰਾ ਕੁਝ ਕੀਤਾ। ਲੈਬਨਾਨ ਦੇ ਵਿੱਚ ਰਿਫਿਊਜੀਆਂ ਦੀ ਹੈਲਪ ਚੱਲ ਰਹੀ ਹੈ, ਜਿੱਥੇ ਖਾਣ ਪੀਣ ਦੀ, ਐਜੂਕੇਸ਼ਨ ਦੀ, ਹਰ ਇੱਕ ਦਾ ਪ੍ਰੋਜੈਕਟ ਡਿਫਰੈਂਟ ਹੁੰਦਾ, ਅਪਰੋਚ ਡਿਫਰੈਂਟ ਹੁੰਦਾ, ਸਾਨੂੰ ਅਸੈਸਮੈਂਟ ਕਰਨੀ ਪੈਂਦੀ ਆ, ਨੀਡਸ ਕੀ ਆ। ਇਰਾਕ ਦੇ ਵਿੱਚ ਇਜ਼ ਦਾ ਹਾਈਐਸਟ ਡੇਂਜਰ ਇਸ ਵੇਲੇ ਖਤਰਾ ਆ, ਪਰ ਉੱਥੇ ਹਾਈਐਸਟ ਨੀਡ ਆ ਇਸ ਵੇਲੇ। ਬਿਲਕੁਲ। ਸੋ ਉਹ ਜੇ ਤੁਸੀਂ ਤੁਹਾਡੇ ਕੋਲ ਕੋਈ ਜਾਣਾ ਚਾਹੁੰਦਾ, ਕੋਈ ਗੁਰਦੁਆਰਾ, ਕੋਈ ਬਿਜ਼ਨਸਮੈਨ ਜਾ ਕੇ ਬੇਕਰੀ ਖੋਲ੍ਹਣੀ ਸੈਕਿੰਡ ਜਿਹੜੀ $40-50 ਦੀ, ਦੈਟਸ ਫਾਈਨ, ਅਸੀਂ ਜਾ ਕੇ ਲੈ ਜਾਵਾਂਗੇ, ਦਿਖਾ ਲਵਾਂਗੇ। ਤੇ ਇੱਕ ਸਿੱਖੀ ਸਰੂਪ ਦੇ ਵਿੱਚ ਜਦੋਂ ਤੁਸੀਂ ਮਾਨਵਤਾ ਦੀ ਸੇਵਾ ਕਰਦੇ ਹੋ, ਤਾਂ ਸਿੱਖੀ ਸਰੂਪ ਜਿਹਦੇ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਮਿਸਅੰਡਰਸਟੈਂਡਿੰਗਸ ਹੈ ਕਿ ਕੋਈ ਸਮਝ ਨਹੀਂ ਪਾ ਰਹੇ, ਸਾਨੂੰ ਦੂਸਰੀ ਕਮਿਊਨਿਟੀ ਨਾਲ ਮਿਲਾਇਆ ਜਾ ਰਿਹਾ, ਪਰ ਉੱਥੇ ਜਾ ਕੇ ਜਦੋਂ ਪੂਰੇ ਸਿੱਖੀ ਸਰੂਪ 'ਚ ਤੁਸੀਂ ਖੜਦੇ ਹੋ, ਹੱਥੀਂ ਸੇਵਾ ਕਰਦੇ ਹੋ, ਤਾਂ ਲੋਕਾਂ ਦੇ ਕਿੰਨੀ ਕੁ ਖੁਸ਼ੀ ਹੁੰਦੀ ਹੈ, ਤੇ ਉਲਟਾ ਤੁਹਾਡੇ ਦਿਮਾਗ 'ਚ ਕਿੰਨੀ ਕੁ ਉਸ ਵੇਲੇ ਆਉਂਦਾ ਹੈ ਕਿ ਯਾਰ ਅਸੀਂ ਆਪਣੇ ਜੋ ਵਾਹਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਉਹ ਅਸੀਂ ਵੰਡ ਰਹੇ ਲੋਕਾਂ 'ਚ। ਇਰਾਕ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਕਿਹਾ, ਜਿਹੜੇ ਆਈਸਿਸ ਆ ਉਹ ਦਾੜੀਆਂ ਵਾਲੇ ਆ ਜੀ, ਉਹ ਵੀ ਸਾਡੇ ਕੋਲ ਦਾੜੀਆਂ ਆ, ਤੇ ਉਹ ਉੱਥੋਂ ਦੌੜ ਕੇ ਇੱਧਰ ਆਇਓ ਆ, ਉਹ ਫਿਰ ਦਾੜੀ ਵਾਲਾ ਜਾ ਕੇ ਉੱਥੇ ਖੜਾ ਹੋ ਜਾਂਦਾ ਵੀ ਡਟ ਕੇ ਅਸੀਂ ਤੁਹਾਡੀ ਮਦਦ ਕਰਨ ਆਏ ਆ। ਸਾਨੂੰ ਬੜਾ ਮਾਣ ਹੈ ਸਾਡੀ ਆਇਡੈਂਟੀਟੀ, ਜਿੱਦਾਂ ਇਹ ਹੇਠੀ ਗਿਆ ਸੀਗਾ, ਮਨਸਿਮਰ ਆਪਣਾ ਐਕਸਪੀਰੀਅੰਸ ਦੱਸੇਗਾ, ਪਰ ਸਾਨੂੰ ਪਰਸਨਲੀ ਇਹ ਸਾਨੂੰ ਸਟਰੈਂਥ ਦਿੰਦਾ। ਜੇ ਮੈਂ ਮੇਰੇ ਖਿਆਲ ਇਹ ਮੇਰੀ ਆਇਡੈਂਟੀਟੀ ਨਾ ਹੋਵੇ, ਉੱਥੇ ਅਸੀਂ ਬਾਰਡਰ ਦੇ ਏਰੀਆ 'ਚ ਖੜੇ ਨਹੀਂ ਸਕਦੇ, ਪਰ 1.25 ਲੱਖ ਸੇ ਇੱਕ ਲੜਾਊਂ, 1.25 ਲੱਖ ਸੇ ਤੁਸੀਂ ਇੱਕ ਖੜਾ ਵੀ ਸਕਦੇ ਆ। ਸੋ ਸਾਡੇ ਗੁਰੂ ਨਾਲ ਆ ਹਰ ਵਾਰੀ, ਸਾਨੂੰ ਕੋਈ ਡਰ ਹੀ ਨਹੀਂਗਾ। ਜਿਹੜੇ ਸਿੰਘ ਆ, ਆਹ ਆਇਡੈਂਟੀਟੀ ਖਾਲਸੇ ਦੀ, ਤੁਸੀਂ ਖਾਲਸਾ ਮੰਨਦੇ, ਤੁਸੀਂ ਤਾਂ ਪਹਿਲਾਂ ਜੰਮਦਾ ਹੀ ਤੁਸੀਂ ਸ਼ਹੀਦ ਆ। ਸੋ what's your fear? ਅੱਛਾ, ਜਦੋਂ ਮਰ ਜੀਵੜਾ ਹੋ ਜਾਣਾ, ਜਦੋਂ ਦਿਮਾਗ 'ਚ ਉਹ ਭੈ ਹੀ ਖਤਮ ਹੋ ਜਾਣਾ ਕਿ ਮੌਤ ਮੇਰਾ ਕੁਝ ਵਿਗਾੜ ਸਕਦੀ ਹੈ, ਫਿਰ ਉਹ ਤਾਂ ਕੀ ਹੈ, ਫਿਰ ਤਾਂ ਸੇਵਾ ਜਿੱਥੇ ਮਰਜ਼ੀ ਕਰੋ। ਨੌਜਵਾਨੀ, ਫਿਰ ਮੈਂ ਉੱਥੇ ਆਉਣਾ ਤੁਹਾਡੇ ਕੋਲ, ਨੌਜਵਾਨੀ ਤੁਹਾਡਾ ਨਾਮ, ਕਿਉਂਕਿ ਇਸ ਵੇਲੇ ਸਾਡੇ ਪੂਰੇ ਯੂਥ ਨੂੰ, ਨੌਜਵਾਨ ਪੀੜ੍ਹੀ ਨੂੰ ਜਿਹੜਾ ਸਮਝਾਉਣ ਦੀ ਬਹੁਤ ਲੋੜ ਹੈ, ਕਿਉਂਕਿ ਅਸੀਂ ਆਪਣੇ ਸਿੱਖੀ ਸਰੂਪ ਤੋਂ ਪਰਾਂ ਹੋ ਗਏ, ਅਸੀਂ ਆਪਣੀਆਂ ਜਿਹੜੀਆਂ ਸਾਨੂੰ ਗੁਰੂ ਨੇ ਬਖਸ਼ਿਸ਼ ਕੀਤੀਆਂ ਸੀ, ਸਾਨੂੰ ਜਿਹੜੇ 5 ਕਕਾਰ ਦਿੱਤੇ ਸੀ, ਅਸੀਂ ਉਹਨਾਂ ਤੋਂ ਵੀ ਪਰਾਂ ਹੋ ਗਏ।
ਇਸ ਵੇਲੇ ਤੁਸੀਂ ਆਪਣੇ ਜਿਹੜੇ ਯੰਗਸਟਰਸ ਹੈ ਉਹਨਾਂ ਨੂੰ ਕਿਸ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਕਿਉਂਕਿ ਮੈਂ ਸਮਝ ਰਿਹਾ ਕਿ ਤੁਸੀਂ ਉਹਦੇ 'ਚ ਅਹਿਮ ਭੂਮਿਕਾ ਜ਼ਰੂਰ ਨਿਭਾਉਂਦੇ ਹੋਗੇ। ਕੋਸ਼ਿਸ਼ ਕਰੀਦੀ ਹੈ ਜੀ। ਮੇਨ ਚੀਜ਼ ਇਹ ਹੈ ਕਿ ਸਾਨੂੰ ਇਸ ਚੀਜ਼ ਤੋਂ ਪਰੇ ਹੋਣ ਦੀ ਬਜਾਏ ਇਸ ਤੋਂ ਸੇਧ ਲੈਣ ਦੀ ਲੋੜ ਆ, ਇਸ ਤੋਂ ਪਾਵਰ ਲੈਣ ਦੀ ਲੋੜ ਆ ਜੀ। ਸਾਡਾ ਜਿਹੜਾ ਸਰੂਪ ਹੈ, ਜਦੋਂ ਅਸੀਂ ਕਿਤੇ ਜਾਂਦੇ ਹਾਂ, ਹੈਲਪ ਕਰਦੇ ਹਾਂ, ਉਹ ਸਾਨੂੰ ਵੇਖ ਕੇ ਉਹ ਇੱਕ ਪਿਆਰ ਉਮੜਦਾ ਆ ਉੱਥੋਂ। ਉਹ ਫਿਰ ਇੱਕ ਨਿਗਾਹ ਪਿਆਰ ਵਾਲੀ ਬਣ ਜਾਂਦੀ ਆ, ਨਾ ਕਿ ਸਕੈਪਟਿਸਿਜ਼ਮ ਦੀ। ਉਹ ਨਹੀਂ ਸੋਚਦੇ ਕਿ ਇਹ ਕੌਣ ਆ, ਉਹ ਸੋਚਦੇ ਨੇ ਇਹ ਮਸਾਇਆ ਸਾਡਾ ਕੋਈ ਨਾ ਕੋਈ ਤਾਂ ਸਾਨੂੰ ਹੈਲਪ ਕਰਨ ਆਇਆ, ਕੋਈ ਤਾਂ ਸਾਡੀ ਬਾਂਹ ਫੜਨ ਆਇਆ। ਅਤੇ ਉਹਦੇ ਵਿੱਚੋਂ ਜਿਹੜਾ ਪਿਆਰ ਜਾਗਦਾ ਆ, ਭਾਵੇਂ ਉਹ ਬੱਚੇ ਨੇ ਭਾਵੇਂ ਉਹ ਵੱਡੇ ਨੇ, ਦੈਟਸ ਦ ਪਾਵਰ। ਜਿਹੜੇ ਪੰਜ ਕਕਾਰ, ਸਿੱਖੀ ਸਰੂਪ, ਗੁਰੂ ਸਾਹਿਬ ਦਾ ਮੈਸੇਜ ਸਾਨੂੰ ਉਹ ਹੋਰ ਪਾਵਰ ਦਿੰਦਾ ਕਿ ਅਸੀਂ ਫਿਰ ਤੋਂ ਜਾਈਏ। ਅਤੇ ਉਹ ਇੱਕ ਇਹੋ ਜਿਹਾ ਇੱਕ ਬੌਂਡ ਬਣ ਜਾਂਦਾ ਆ। ਹੇਟੀ ਜਦੋਂ ਮੈਂ ਗਿਆ, ਜਿੰਨੀ ਵਾਰੀ ਵੀ ਗਏ ਆ, ਉਹੀ ਸੇਮ ਬੱਚਿਆਂ ਨੂੰ ਮਿਲੀਦਾ ਆ, ਅਤੇ ਇਟ ਇਜ਼ ਅਮੇਜ਼ਿੰਗ, ਕਿਉਂਕਿ ਉਹਨਾਂ ਦੇ ਨਾਲ ਇੱਕ ਪਰਸਨਲ ਕਨੈਕਸ਼ਨ ਜੁੜ ਜਾਂਦਾ। ਬਿਲਕੁਲ। ਅਤੇ ਉਹ ਪਰਸਨਲ ਕਨੈਕਸ਼ਨ ਦੇ ਵਿੱਚ ਇੱਕ ਚੀਜ਼ ਮੈਂ ਮੈਂਸ਼ਨ ਕਰਨੀ ਚਾਹੂੰਗਾ। ਤੁਸੀਂ ਪਹਿਲਾਂ ਮੰਥਲੀ ਚੀਜ਼ ਦੀ ਗੱਲ ਕੀਤੀ ਹੈ ਐਂਡ ਸਸਟੇਨਿੰਗ ਦੀ ਗੱਲ ਕਰਦੇ ਹਾਂ ਆਪਾਂ, ਕਿ ਜਦੋਂ ਆਪਾਂ ਕਿਤੇ ਜਾ ਕੇ ਹੈਲਪ ਕਰਦੇ ਹਾਂ, ਇੱਕ ਵਾਰੀ ਗਏ, 2 ਵਾਰੀ ਗਏ, ਦੈਟਸ ਨਾਟ ਹਾਊ ਇਟ ਇਜ਼। ਮੰਥਲੀ ਵੀ ਹੈਲਪ ਕਰੋ, ਲੇਕਿਨ ਨਾਲ ਉਹਨਾਂ ਨੂੰ ਉਹਨਾਂ ਦੇ ਪੈਰਾਂ 'ਤੇ ਖੜੇ ਹੋਣ ਜੋਗੀ ਵੀ ਸਿਖਲਾਈ ਦੇ ਕੇ ਰਾਈਟ, ਉਹਨਾਂ ਦੇ ਵੀ ਬਿਜ਼ਨਸ ਖੜੇ ਕਰੀਏ ਤਾਂ ਕਿ ਦੇ ਕੈਨ ਲਾਸਟ। ਮੈਂ ਤੁਹਾਡੇ ਕੋਲ ਨਾ ਐਕਚੁਅਲੀ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਕਹਾਣੀਆਂ ਨੇ, ਜਿਹੜੀਆਂ ਦਿਮਾਗ ਦੇ ਵਿੱਚ ਇਹ ਸਾਰਾ ਕੁਝ ਤੁਸੀਂ ਇੱਕ ਸੰਜੋ ਕੇ ਲਿਆਂਦਾ ਹੋਇਆ ਸੁਣਨਾ ਚਾਹੁੰਦਾ ਸੀ, ਲੇਕਿਨ ਪ੍ਰੋਗਰਾਮ ਕਿਉਂਕਿ ਇੱਕ ਲਿਮਿਟਿਡ ਪੀਰੀਅਡ 'ਚ ਅਸੀਂ ਕਰਨਾ ਹੁੰਦਾ, ਇਸ ਕਰਕੇ ਇਜਾਜ਼ਤ ਨਹੀਂ ਦਿੰਦਾ। ਜਿਹੜੇ ਵੀ ਦਰਸ਼ਕ ਇਸ ਵੇਲੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ, ਤੁਸੀਂ ਆਪਣੇ ਤੌਰ 'ਤੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਸ਼ੋਰਟ ਦੇ ਵਿੱਚ? ਉਹੀ ਆ ਭਈ, ਤੁਸੀਂ ਜਿਹੜੀਆਂ ਬਿਲਡਿੰਗਾਂ ਵੱਡੀਆਂ ਬਣ ਰਹੀਆਂ, ਗੁਰਦੁਆਰੇ ਸਾਹਿਬ ਬਣ ਰਹੇ, ਲੱਖਾਂ ਤੋਂ ਲੱਖ, ਮਿਲੀਅਨ ਡਾਲਰ ਬਣ ਰਹੇ, ਠੀਕ ਹੈ, ਚਲੋ ਚਾਹੀਦੇ, ਪਰ ਤੁਸੀਂ ਆਪਣੀ ਪਹਿਲਾਂ ਸੋਚੋ ਭਈ ਦੁਨੀਆ 'ਤੇ ਇਸ ਵੇਲੇ ਕੀ ਲੋੜ ਆ। ਉਹ ਹੈਗੀ ਇਨਸਾਨੀਅਤ ਦੀ। ਕਿਹੜਾ ਪਹਿਰਾ ਦਊਗਾ ਇਨਸਾਨੀਅਤ 'ਤੇ? ਤੁਹਾਨੂੰ ਪਤਾ, ਜਾ ਕੇ ਤੁਸੀਂ ਆਪਣਾ ਸਿਰ ਦਿੰਦੇ ਗੁਰੂ ਨੂੰ, ਜਾ ਕੇ ਮੱਥਾ ਟੇਕਦੇ ਆ, ਅਤੇ ਤੁਸੀਂ ਇਨਸਾਨੀਅਤ ਹੀ ਦਿੱਤਾ ਹੈ ਸਿਰ ਉਹ, ਪਰ ਸਾਰੇ ਅਸੀਂ ਭੁੱਲ ਗਏ, ਰਿਚੁਅਲ ਵਿੱਚ ਭੁੱਲ ਗਏ ਵੀ ਅਸੀਂ ਸਾਡਾ ਕੀ ਆ ਇਨਸਾਨੀਅਤ ਤੌਰ 'ਤੇ, ਸਿੱਖ ਦਾ ਰੋਲ ਕੀ ਹੈ ਦੁਨੀਆ 'ਚ। ਜੀ ਅਮਰ ਜੀ। ਬਸ ਮੈਂ ਤਾਂ ਇੰਨਾ ਹੀ ਕਹਿਣਾ ਚਾਹੁੰਦਾ, ਜਿੱਥੇ ਵੀ ਤੁਸੀਂ ਹੈਗੇ ਆ, ਕਿਤੇ ਨਾ ਕਿਤੇ ਤੁਸੀਂ ਇਨਵੋਲਵਡ ਹੋਵੋ। ਕੋਈ ਵੀ ਪ੍ਰੋਜੈਕਟ ਹੋਵੇ, ਉਹਦੇ ਨਾਲ ਤੁਹਾਡਾ ਜਿਹੜਾ ਇੰਟਰਸਟ ਆ ਉਹ ਵਧੂਗਾ, ਅਤੇ ਤੁਸੀਂ ਕੋਈ ਨਾ ਕੋਈ ਫਾਇਦੇ ਦੀ ਗੱਲ ਕਰ ਸਕਦੇ ਆ, ਤੁਸੀਂ ਕਿਸੇ ਦਾ ਭਲਾ ਕਰ ਸਕਦੇ ਆ। ਸੋ ਜਿੱਥੇ ਵੀ ਆ, ਜਿਹੜੀ ਸਾਡੀ ਸਿੱਖੀ ਵਾਲੀ ਸੋਚ ਆ, ਉਹ ਹੈਗੀ ਆ ਵੀ ਇਨਵੋਲਵਡ ਹੋਣਾ ਕਮਿਊਨਿਟੀ ਦੇ ਵਿੱਚ, ਪਾਰਟਿਸਿਪੇਟ ਕਰਨਾ, ਅਤੇ ਇਹਦੇ ਨਾਲੋਂ ਵੱਡੀ ਕੋਈ ਹੋਰ ਚੀਜ਼ ਨਹੀਂ ਹੋ ਸਕਦੀ, ਅਤੇ ਆਪੇ ਉਹ ਜਿਹੜਾ ਬੂਟਾ ਆ ਉਹ ਫੁੱਲੂਗਾ। ਸ਼ੋਰਟਸ। ਹਾਂਜੀ ਸਿਮਰਿੰਦਰ। ਮੈਂ ਇੱਕ ਬਹੁਤ ਡਾਇਰੈਕਟ ਮੈਸੇਜ ਦੇਣਾ ਚਾਹੁੰਦਾ। ਇਹਨਾਂ ਨੇ ਓਵਰਆਲ ਦਿੱਤਾ ਹੈ, ਡਾਇਰੈਕਟ ਇਹ ਹੈ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਚਲਾਇਆ ਹੋਇਆ ਲੰਗਰ ਆ, ਉਹ ਅੱਜ ਸਾਨੂੰ ਕੰਸਾਈਜ਼ ਦਾਲ ਫੁਲਕੇ 'ਤੇ ਕਰ ਦਈਏ, ਅਤੇ ਇਹਨਾਂ ਦੀ ਹੈਲਪ ਕਰ ਲਈਏ, ਅਤੇ ਸਾਡਾ ਜੀਣਾ ਸਫਲਾ ਹੋ ਜਾਏਗਾ। ਬਿਲਕੁਲ, ਇਹ ਸਭ ਤੋਂ ਜਿਹੜੀ ਸਹੀ ਗੱਲ ਹੈ ਕਿ ਇਸ ਵੇਲੇ ਉਹਨੂੰ ਆਪਾਂ ਸ਼ਾਹੀ ਨਾ ਬਣਾ ਦਈਏ। ਜਿਹੜੀ ਨੀਡ ਹੈ ਪੇਟ ਦੀ, ਉਹ ਜ਼ਰੂਰ ਕਰੀਏ, ਅਤੇ ਨਾਲ ਹੋਰ ਵੀ ਜਿਹੜੀ ਸੇਵਾ ਜ਼ਰੂਰ ਕਰੀਏ। ਦੋਸਤੋ, ਖਾਲਸਾ ਏਡ ਦਾ ਮਤਲਬ ਕਿ ਮਦਦ ਜਿਹੜੀ ਹੈ ਜ਼ਰੂਰੀ ਹੈ। ਖਾਲਸਾ ਮਤਲਬ ਕਿ ਖਾਲਸਾ ਇਹ ਕਿਸੇ ਧਰਮ ਦੀਆਂ ਹੱਦਬੰਦੀਆਂ ਜਿਹੜੀਆਂ ਉਹਨੂੰ ਅਸੀਂ ਭੁੱਲ ਕੇ ਅਸੀਂ ਵੀ ਇਸ ਤਰ੍ਹਾਂ ਦੇ ਕਾਰਜਾਂ ਦੇ ਵਿੱਚ ਜ਼ਰੂਰ ਆਪਣਾ ਜਿੰਨਾ ਵੀ ਬਣ ਸਕਦਾ ਦਸਵੰਧ ਜ਼ਰੂਰ ਪਾਈਏ, ਕਿਉਂਕਿ ਇਹੋ ਜਿਹੇ ਕਾਰਜਾਂ ਦੇ ਨਾਲ ਜਿੱਥੇ ਅਸੀਂ ਆਪਣੇ ਧਰਮ ਦੇ ਪ੍ਰਤੀ ਲੋਕਾਂ ਦੇ ਵਿੱਚ ਜਿਹੜਾ ਇੱਕ ਖਾਸ ਸਥਾਨ ਬਣਾ ਪਾਵਾਂਗੇ, ਉੱਥੇ ਮਾਨਵਤਾ ਦੀ ਸੇਵਾ ਕਰਕੇ ਇੱਕ ਦਿਲ ਨੂੰ ਜਿਹੜਾ ਇੱਕ ਸਹੀ ਤਰੀਕੇ ਦੀ ਜਿਹੜੀ ਸ਼ਾਂਤੀ ਅਸੀਂ ਭਾਲਦੇ ਹਾਂ ਪੂਰੀ ਦੁਨੀਆ ਦੇ ਵਿੱਚ ਜਾ ਕੇ, ਉਹ ਜ਼ਰੂਰ ਆਪਾਂ ਉਹਦੇ ਨਾਲ ਪਾ ਲਵਾਂਗੇ। ਅਤੇ ਮੇਰੇ ਹਿਸਾਬ ਨਾਲ ਇਹ ਤੋਂ ਵਧੀਆ ਹੋਰ ਕੋਈ ਕਾਰਜ ਨਹੀਂ ਹੋ ਸਕਦਾ ਕਿ ਅਸੀਂ ਕੋਈ ਇਹੋ ਜਿਹੇ ਰਾਹ ਜਿਹੜੇ ਤੁਹਾਡੇ ਵਾਸਤੇ, ਕੁਝ ਇਹੋ ਜਿਹੀਆਂ ਮੰਜ਼ਿਲਾਂ ਜਿਹੜੀਆਂ ਇਹਨਾਂ ਨੇ ਚੁਣੀਆਂ ਹੋਈਆਂ ਨੇ, ਜਿਹਦੇ ਵਿੱਚ ਜਾ ਕੇ ਤੁਸੀਂ ਮਦਦ ਕਰਕੇ ਪੂਰੀ ਮਾਨਵਤਾ ਦੀ ਸੇਵਾ ਕਰ ਸਕਦੇ ਹੋ। ਇਸ ਤੋਂ ਵਧੀਆ ਹੋਰ ਕੋਈ ਚੀਜ਼ ਨਹੀਂ ਹੈ। ਅਤੇ ਇਹ ਪ੍ਰੋਗਰਾਮ ਨੂੰ ਮੈਨੂੰ ਇੱਥੇ ਸਮਾਪਤ ਕਰਨਾ ਪੈਣਾ ਹੈ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਅਤੇ ਬਹੁਤ ਧੰਨਵਾਦ ਜੀ ਤੁਹਾਡਾ ਇੱਥੇ ਆਉਣ ਲਈ। ਇੱਕ ਵਾਰ ਫਿਰ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ।